ਵਾਹਿਗੁਰੂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਅੱਜ ਰੋਜ਼ਾਨਾ ਦੀ ਤਰ੍ਹਾਂ ਜੋ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਤਕਰੀਬਨ 193 ਦਿਨ ਤੋਂ ਲਗਾਤਾਰ, ਜੋ ਅੱਜ 194ਵਾਂ ਦਿਨ ਹੈ, ਸੁਚੱਜੀ ਸ਼ਖਸੀਅਤ ਉਸਾਰੀ ਕੈਂਪ ਜਿਹੜਾ ਬੱਚਿਆਂ ਦਾ ਉਹ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਗੁਰਬਾਣੀ, ਇਤਿਹਾਸ ਜਾਂ ਹੋਰ ਬੱਚਿਆਂ ਨੂੰ ਐਜੂਕੇਸ਼ਨ ਦੇ ਨਾਲ ਜੋੜਨ ਦਾ ਜਿਹੜਾ ਉਹ ਯਤਨ ਕੀਤਾ ਜਾ ਰਿਹਾ ਹੈ। ਸੋ ਅੱਜ ਜੋ ਕੈਂਪ ਦਾ 194ਵਾਂ ਦਿਨ ਜਿਹੜਾ ਉਹ ਆਰੰਭ ਹੁੰਦਾ ਜੀ। ਸੋ ਆਪਾਂ ਸ਼ੁਰੂਆਤ ਕਰਦੇ ਹਾਂ ਜੀ। ਅੱਜ ਦੀ ਜੋ ਜਾਪਦੀ ਸੇਵਾ ਹੈਗੀ ਹੈ ਜੀ, ਉਹ ਨਿਭਾਉਣਗੇ ਜੀ ਬੱਚੀ ਪਲਕਪ੍ਰੀਤ ਕੌਰ ਜੀ ਤੇ ਬੱਚੀ ਖੁਸ਼ਮੀਨ ਕੌਰ ਜੀ, ਜਿਨ੍ਹਾਂ ਦਾ EPP ਨੰਬਰ ਹੈਗਾ ਜੀ 13785 ਤੇ 13788 ਮਖੂ ਤੋਂ ਜੀ। ਹਾਂਜੀ, ਜੇਕਰ ਬੱਚੇ ਜੁੜ ਚੁੱਕੇ ਨੇ ਤਾਂ ਜਾਪ ਦੀ ਸੇਵਾ ਸ਼ੁਰੂ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਖੁਸ਼ਮੀਨ ਕੌਰ ਹੈ। ਮੇਰਾ EPP ਨੰਬਰ 13788 ਹੈ। ਮੈਂ ਅੱਜ ਦੀ ਜਾਪ ਸੇਵਾ ਲੈਣ ਜਾ ਰਹੀ ਹਾਂ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਜੀ ਬਹੁਤ ਵਧੀਆ। ਕੋਸ਼ਿਸ਼ ਕਰੀਏ ਅਸੀਂ ਪਾਠ ਕਰਦੇ ਸਮੇਂ ਜਾਂ ਮੂਲ ਮੰਤਰ ਦਾ ਪਾਠ ਜਿਹੜਾ ਕਰਦੇ ਸਮੇਂ ਆਮ ਕਰਕੇ ਇੱਕੋ ਓਂਕਾਰ ਦਾ ਜਿਹੜਾ ਉਚਾਰਨ ਹੈ, ਜਾਂ ਸਤਨਾਮ ਆਮ ਬੱਚੇ ਹੁਣ ਬੱਚੀ ਪਾਠ ਕਰ ਸੀ ਨੀਰਵੈਰ, ਨੀਰਵੈਰ ਨਹੀਂ ਨਿਰਵੈਰ। ਬੇਟਾ ਜੀ ਇਸ ਤਰ੍ਹਾਂ ਅਸੀਂ ਧਿਆਨ ਰੱਖੀਏ ਕਿ ਮੂਲ ਮੰਤਰ ਦਾ ਜਦੋਂ ਵੀ ਜਾਪ ਕਰਨਾ ਹੈ ਉਸ ਦੀ ਪਹਿਲਾਂ ਪ੍ਰੈਕਟਿਸ ਕਰੀਏ, ਸਿੱਖੀਏ ਵੀ ਜਦੋਂ ਵੀ ਇੱਕ ਓਂਕਾਰ ਤੋਂ ਲੈ ਕੇ ਗੁਰ ਪ੍ਰਸਾਦ ਦਾ ਮੂਲ ਮੰਤਰ ਦਾ ਜਾਪ ਕਰਨਾ ਤਾਂ ਜੋ ਸਾਨੂੰ ਪ੍ਰੋਫੈਸਰ ਸਾਹਿਬ ਸਿੰਘ ਦੇ ਟੀਕੇ ਵਿੱਚ ਸਾਨੂੰ ਸਮਝਾਇਆ ਗਿਆ ਜਾਂ ਸਾਨੂੰ ਜੋ ਵਿਦਵਾਨਾਂ ਵੱਲੋਂ ਦੱਸਿਆ ਜਾਂਦਾ ਵੀ ਕਿੱਦਾਂ ਸਹੀ ਜਿਹੜਾ ਗੁਰਬਾਣੀ ਦਾ ਉਚਾਰਨ ਕਰਨਾ, ਕੋਸ਼ਿਸ਼ ਕਰੀਏ ਗੁਰਬਾਣੀ ਨੂੰ ਸਹੀ ਤਰੀਕੇ ਨਾਲ ਪੜ੍ਹਨ ਦੀ ਜਿੰਨੀ ਕੁ ਕੋਸ਼ਿਸ਼ ਹੁੰਦੀ ਹੈ ਕਰੀਏ। ਸੋ ਅੱਗੇ ਹੈ ਜੀ ਬੱਚੀ ਬਲਪ੍ਰੀਤ ਕੌਰ ਜੀ, EPP ਨੰਬਰ 15058 ਸ਼ੇਰਪੁਰ ਤੋਂ ਜੀ। ਇਹ ਬੱਚੀ ਜਿਹੜੀ ਉਹ ਕਵੀਸ਼ਰੀ ਜਿਹੜੀ ਉਹ ਆਪਣੇ ਕਰਨਗੇ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬੇਨਤੀ ਹੈ ਬੱਚਿਆਂ ਨੂੰ ਕਿ ਅੱਜ ਤੋਂ ਜਿਵੇਂ ਸ਼ਹੀਦੀ ਦਿਹਾੜੇ ਸਭ ਨੂੰ ਪਤਾ ਹੈ ਕਿ ਸਟਾਰਟ ਹੋ ਚੁੱਕੇ ਨੇ। ਸੋ ਇਹਨਾਂ ਦਿਨਾਂ ਦੇ ਵਿੱਚ ਜਾਪ ਦੀ ਸੇਵਾ ਤੋਂ ਬਾਅਦ ਕਵਿਸ਼ਰੀ ਜਾਂ ਕਵਿਤਾ, ਜੋ ਕਿ ਪਹਿਲੇ 3 ਦਿਨ ਅਸੀਂ ਵੱਡੇ ਸਾਹਿਬਜ਼ਾਦਿਆਂ ਬਾਰੇ ਜੋ ਕਵਿਸ਼ਰੀ ਜਾਂ ਕਵਿਤਾ ਰਾਹੀਂ ਉਹਨਾਂ ਨੂੰ ਯਾਦ ਕਰਾਂਗੇ, ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਨੂੰ। ਸੋ ਅਸੀਂ ਕੁਝ ਦਿਨਾਂ ਦੇ ਲਈ ਹੁਣ ਜਾਪ ਦੀ ਸੇਵਾ ਤੋਂ ਬਾਅਦ ਕੀਰਤਨ ਜਾਂ ਕਵਿਸ਼ਰੀ ਦੀ ਸੇਵਾ ਕਰਾਂਗੇ। ਸੋ ਅੱਜ ਦੀ ਜੋ ਸੇਵਾ 15058 EPP ਵੱਲੋਂ ਹੈ, ਤੇ ਉਸ ਤੋਂ ਉਪਰੰਤ ਕੋਈ ਵੀ ਅਗਰ ਵਿਦਿਆਰਥੀ, ਲੇਕਿਨ ਇਹ ਧਿਆਨ ਰੱਖਿਆ ਜਾਵੇ ਕਵਿਤਾ ਤੇ ਕਵਿਸ਼ਰੀ ਕੇਵਲ ਤੇ ਕੇਵਲ ਸਾਹਿਬਜ਼ਾਦਿਆਂ ਨੂੰ, ਸ਼ਹੀਦਾਂ ਨੂੰ ਸਮਰਪਿਤ ਹੋਵੇ। ਸੋ ਜਿਹੜੇ ਵੀ ਕਰਨਾ ਚਾਹੁੰਦੇ ਨੇ, ਜਿਸ ਨੰਬਰ ਤੇ ਜਾਪ ਦੀ ਸੇਵਾ ਲਈ ਤੁਸੀਂ ਸੰਪਰਕ ਕਰਨਾ, ਉਸੇ ਨੰਬਰ ਤੇ ਤੁਸੀਂ ਕਵਿਤਾ ਜਾਂ ਕਵਿਸ਼ਰੀ ਦੇ ਲਈ ਵੀ ਸੰਪਰਕ ਕਰ ਸਕਦੇ ਹੋ ਜੀ। ਸੋ ਹੁਣ EPP ਨੰਬਰ 15058
ਉਹ ਹੁਣ ਸਟਾਰਟ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਜੀ। ਅੱਜ ਦੀ ਕਵਿਤਾ ਦਾ ਵਿਸ਼ਾ ਹੈ ਸਾਹਿਬਜ਼ਾਦਿਆਂ ਦੀ ਲਲਕਾਰ। ਅਜੀਤ ਸਿੰਘ ਤੇ ਜੁਝਾਰ ਸਿੰਘ ਜੰਗ ਅੰਦਰ ਆਹੂ ਵੈਰੀਆਂ ਦੇ ਦੇਖੋ ਲਾਹੀ ਜਾਂਦੇ, ਦੇਖ ਹੌਂਸਲੇ ਲਾਡਲੇ ਪੁੱਤਰਾਂ ਦੇ, ਵਾਜਾਂ ਵਾਲੇ ਵੀ ਖੜੇ ਮੁਸਕਰਾਈ ਜਾਂਦੇ। ਜੰਗ ਚਮਕੌਰ ਦੀ ਤੇ 10 ਲੱਖ ਵੈਰੀ ਸੀ, ਨਿਆਰੇ ਪਾਂਥੀ ਉੱਤੇ ਅੱਖ ਮੁਗਲਾਂ ਦੀ ਗਹਿਰੀ ਸੀ। ਕਸਮਾਂ ਵੀ ਝੂਠੀਆਂ ਕੁਰਾਨ ਦੀਆਂ ਖਾਂਦੇ ਸੀ, ਚੜ੍ਹਤ ਦੇਖ ਖਾਲਸੇ ਦੀ ਮੁਗਲ ਖਾਰ ਖਾਂਦੇ ਸੀ। ਸਨਾਤਨੀ ਮਨੌਤਾਂ ਸੀ ਮਨਾਉਣ ਨੂੰ ਉਹ ਫਿਰਦੇ, ਰੜਕਦੇ ਸੀ ਖਾਲਸੇ ਅੱਖਾਂ 'ਚ ਕਈ ਚਿਰਦੇ। ਜ਼ਾਲਮਾਂ ਨੇ ਜ਼ੁਲਮ ਦੀ ਅੱਤ ਜੋ ਮਚਾਈ ਸੀ, ਬਹੁਤੀ ਤੰਗ ਉਹਨਾਂ ਹੱਥੋਂ ਸਮੇਂ ਦੀ ਲੋਕਾਈ ਸੀ। ਕਈ ਫਰਿਆਦੀ ਫਰਿਆਦ ਲੈ ਕੇ ਆਉਂਦੇ ਸੀ, ਗੁਰੂ ਸਾਹਿਬ ਮਸਲਾ ਉਹ ਹੱਲ ਕਰਵਾਉਂਦੇ ਸੀ। ਅੱਕ ਗਏ ਮੁਗਲ ਕਹਿੰਦੇ ਜੰਗ ਅਸੀਂ ਲੜਾਂਗੇ, ਸਿੱਖ ਵੀ ਤਿਆਰ ਕਹਿੰਦੇ ਮਰਾਂਗੇ ਜਾਂ ਮਾਰਾਂਗੇ। ਜੰਗ ਦਾ ਬਿਗਲ ਚਮਕੌਰ ਵਿੱਚ ਵੱਜਿਆ, ਵੈਰੀਆਂ ਦੇ ਅੱਗੇ ਕੱਲਾ ਕੱਲਾ ਸਿੰਘ ਗੱਜਿਆ। ਆਗਿਆ ਪਾਗੁਰਾਂ ਕੋਲੋਂ ਜੀਤ ਸਿੰਘ ਤੁਰਿਆ, ਗਿਆ ਇੱਕ ਵਾਰ ਫਿਰ ਵਾਪਸ ਨਹੀਂ ਉਹ ਮੁੜਿਆ। ਪਿਤਾ ਗੁਰੂ ਜੀ ਨੂੰ ਕਹਿੰਦਾ ਜਿੱਤ ਕੇ ਮੈਂ ਆਵਾਂਗਾ, ਜਿੱਤਿਆ ਨਾ ਗਿਆ ਜੇ ਪਰ ਜਿਉਂਦਾ ਨਹੀਂ ਆਵਾਂਗਾ। ਵੈਰੀਆਂ 'ਚ ਜਦੋਂ ਸੀ ਬੱਬਰ ਸ਼ੇਰ ਵੜਿਆ, ਅੜਿਆ ਜੋ ਇੱਕ ਵੇਰ ਦੁਬਾਰਾ ਨਹੀਂ ਉਹ ਲੜਿਆ। ਜੰਗ ਵਿੱਚ ਲੜਦਾ ਅਜੀਤ ਸ਼ਹੀਦੀ ਪਾ ਗਿਆ, ਸ਼ਹੀਦ ਹੁੰਦਾ ਵੇਖ ਪੁੱਤ ਜੈਕਾਰਾ ਬਾਪੂ ਲਾ ਗਿਆ। ਕਹੇ ਕਾਲਖ ਵਾਲਾ ਸਾਨੂੰ ਵੀਰਿਆਂ ਤੇ ਮਾਣ ਹੈ, ਚਮਕੌਰ ਤੇ ਸਰਹਿੰਦ ਦੀ ਧਰਤੀ ਨੂੰ ਪ੍ਰਣਾਮ ਹੈ। ਕਹੇ ਕਾਲਖ ਵਾਲਾ ਸਾਨੂੰ ਵੀਰਿਆਂ ਤੇ ਮਾਣ ਹੈ, ਚਮਕੌਰ ਤੇ ਸਰਹੰਦ ਦੀ ਧਰਤੀ ਨੂੰ ਪ੍ਰਣਾਮ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਬੇਟਾ ਜੀ। ਇਹ ਸਨ ਬੱਚੇ ਬਲਪ੍ਰੀਤ ਕੌਰ ਜੀ 15/0/58 ਸ਼ੇਰਪੁਰ ਤੋਂ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਲਲਕਾਰ ਜਿਹੜੀ ਉਹ ਕਵੀਸ਼ਰੀ ਗਾ ਕੇ ਸਾਨੂੰ ਇਤਿਹਾਸ ਨਾਲ ਜੋੜਿਆ, ਸਾਡੇ ਅੰਦਰ ਉਹ ਜਜ਼ਬਾ ਭਰਿਆ ਕਿ ਅਸੀਂ ਉਹਨਾਂ ਦੇ ਵਾਰਸਾਂ ਜਿਹੜੇ ਨੀਹਾਂ 'ਚ ਖੜ ਕੇ ਵੀ ਘਾਬਰੇ ਨਹੀਂ, ਜਿਹੜੇ ਜੰਗ ਦੇ ਮੈਦਾਨ ਵਿੱਚ ਵੀ ਡਟੇ ਰਹੇ ਅੜੇ ਰਹੇ, ਜਿਨ੍ਹਾਂ ਨੇ ਦੁਸ਼ਮਣਾਂ ਦੇ ਆਹੂ ਲਾਏ। ਸੋ ਅਗਲਾ ਜਿਹੜਾ ਸੈਸ਼ਨ ਅਸੀਂ ਸ਼ੁਰੂ ਕਰਦੇ ਹਾਂ ਜੀ। ਸੋ ਜਿਵੇਂ ਭੈਣ ਜੀ ਹੁਣਾਂ ਨੇ ਆਪ ਸਾਨੂੰ ਦੱਸਿਆ ਸੀਗਾ ਕਿ ਹੁਣ ਅੱਜ ਤੋਂ ਅਸੀਂ ਕੱਲ੍ਹ ਤੋਂ ਵੀ ਅਸੀਂ ਜਿਹੜਾ ਇਹ ਸੈਸ਼ਨ ਆਰੰਭ ਕਰਨਾ ਸੀਗਾ, ਪਰ ਕੁਛ ਟੈਕਨੀਕਲੀ ਪ੍ਰੋਬਲਮ ਕਰਕੇ ਨਹੀਂ ਕਰ ਪਾਏ। 4-5 ਦਿਨ ਜਿਹੜਾ ਵੱਡੇ ਸਾਹਿਬਜ਼ਾਦਿਆਂ ਦੇ ਉੱਪਰ ਅਸੀਂ ਜਿਹੜਾ ਉਹ ਟੌਪਿਕ ਜਿਹੜਾ ਉਹ ਸੈਸ਼ਨ ਕਰਨਾ ਹੈਗਾ, ਜਿਸ ਨਾਲ ਸਾਨੂੰ ਵੱਡੇ ਸਾਹਿਬਜ਼ਾਦਿਆਂ ਦੇ ਜੀਵਨ ਬਾਰੇ ਜਿਹੜਾ ਉਹ ਪਤਾ ਲੱਗ ਸਕੇ। ਸੋ ਅੱਜ ਭਾਈ ਜਗਜੀਤ ਸਿੰਘ ਹੁਣਾਂ ਨੇ ਜੁੜਨਾ ਸੀਗਾ, ਪਰ ਉਹ ਕਿਸੇ ਵਜ੍ਹਾ ਕਰਕੇ ਨਹੀਂ ਜੁੜ ਪਾਏ। ਸੋ ਉਹਨਾਂ ਦੀ ਥਾਂ ਤੇ ਅੱਜ ਭਾਈ ਹਰਪ੍ਰੀਤ ਸਿੰਘ ਜੀ ਜੋ ਸੁਰ ਸਿੰਘ ਤੋਂ ਨੇ, ਤੇ ਉਹ ਸਾਡੇ ਨਾਲ ਜੁੜੇ ਹੋਏ ਨੇ ਜੀ। ਉਹਨਾਂ ਦਾ ਵਿਸ਼ਾ ਜਿਹੜਾ ਵੱਡੇ ਸਾਹਿਬਜ਼ਾਦੇ, ਤੇ ਇਸ ਤਰ੍ਹਾਂ ਵੱਡੇ ਸਾਹਿਬਜ਼ਾਦਿਆਂ ਦੀ ਜਿਹੜੀ ਲੜੀ ਉਹ 3-4 ਦਿਨ ਲਗਾਤਾਰ ਜਿਹੜੀ ਉਹ ਚੱਲੇਗੀ ਜੀ। ਤੇ ਅਸੀਂ ਸਾਰਿਆਂ ਨੇ ਵੱਡੇ ਸਾਹਿਬਜ਼ਾਦਿਆਂ ਦੇ ਜੀਵਨ ਤੋਂ, ਇਤਿਹਾਸ ਤੋਂ ਸਿੱਖ ਕੇ ਆਪਣੇ ਜੀਵਨ ਨੂੰ ਸੋਹਣਾ ਸਚਿਆਰ ਬਣਾਉਣਾ ਹੈ ਜੀ। ਸੋ ਆਪ ਜੀ ਦਾ ਭਾਈ ਹਰਪ੍ਰੀਤ ਸਿੰਘ ਜੀ, ਗੁਰੂ ਨਾਨਕ ਮਲਟੀਵਰਸਿਟੀ ਐਜੂਕੇਟ ਪੰਜਾਬ ਪ੍ਰੋਜੈਕਟ, ਭਾਈ ਜਸਵਿੰਦਰ ਸਿੰਘ ਜੀ ਖਾਲਸਾ ਮੁੱਖ ਸੇਵਾਦਾਰ, ਉਹਨਾਂ ਵੱਲੋਂ ਆਪ ਜੀ ਦਾ ਜੀ ਆਇਆਂ ਨੂੰ ਕੀਤਾ ਜਾਂਦਾ ਹੈ ਜੀ। ਸੋ ਆਪ ਜੀ ਦਾ ਸਵਾਗਤ ਹੈ ਜੀ। ਆਪ ਜੀ ਆਪਣਾ ਵਿਸ਼ਾ ਆਰੰਭ ਕਰੋ ਜੀ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਅੱਜ ਦੇ ਕੈਂਪ ਦੇ ਵਿੱਚ ਸਵਾਗਤ ਕੀਤਾ ਜਾਂਦਾ ਜੀ। ਕਿਰਪਾ ਕਰਕੇ ਆਪ ਜੀ ਸੈਸ਼ਨ ਲਓ, ਜਿਹੜੀ ਉਹ ਵਿਸ਼ੇ ਦੀ ਆਰੰਭਤਾ ਕਰੋ ਜੀ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਾਧ ਸੰਗਤ ਜੀ ਨੂੰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਹਾਂਜੀ, ਆਓ ਗੁਰੂ ਕੇ ਪਿਆਰ ਵਾਲਿਓ, ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈ ਜੀ ਆਪਾਂ ਸ਼ੁਰੂ ਕਰਾਂਗੇ। ਜਿਵੇਂ ਕਿ ਆਪ ਸਮੂਹਿਕ ਗੁਰੂ ਕੀ ਸੰਗਤਾਂ ਨੂੰ ਭਲੀ ਪ੍ਰਕਾਂਤ ਪਤਾ ਹੈ ਕਿ ਜੋ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ
ਉਹਨਾਂ ਦੇ ਸਾਹਿਬਜ਼ਾਦੇ, ਉਹਨਾਂ ਦਾ ਪਰਿਵਾਰ ਅਤੇ ਉਹਨਾਂ ਦੇ ਅਨੇਨ ਹੀ ਗੁਰੂ ਕੇ ਪਿਆਰੇ ਸਿੱਖ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਅੱਜ ਤੋਂ ਆਰੰਭ ਹੁੰਦੇ ਨੇ। ਸੋ ਅੱਜ ਦਾ ਜਿਹੜਾ ਦਿਨ ਹੈ, ਅੱਜ ਦੇ ਦਿਨ ਤੋਂ ਸ਼ਹਾਦਤਾਂ ਦਾ ਸਫ਼ਰੇ ਸ਼ਹਾਦਤਾਂ ਦਾ ਦਿਨ ਜਿਹੜਾ ਹੈ ਉਹ ਸ਼ੁਰੂ ਹੁੰਦਾ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਇਤਿਹਾਸ ਦੇ ਵਿੱਚ ਜਿਵੇਂ ਕਿ ਆਪ ਗੁਰੂ ਕੀਆਂ ਸੰਗਤਾਂ ਇਤਿਹਾਸ ਪੜ੍ਹਦੇ ਹੋ, ਇਤਿਹਾਸ ਦੇ ਵਿੱਚ ਆਪਾਂ ਨੂੰ ਲਿਖਿਆ ਮਿਲਦਾ ਹੈ, ਕਵੀ ਲਿਖਾਰੀ ਰਾਈਟਰ ਲਿਖਦੇ ਨੇ ਕਿ ਜੋ ਇਤਿਹਾਸ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਸੋਹਣੇ ਸੁੰਦਰ ਕਾਰਜ ਕੀਤੇ ਨੇ ਸਿੱਖ ਕੌਮ ਦੇ ਭਲੇ ਵਾਸਤੇ, ਸਰਬੱਤ ਦੇ ਭਲੇ ਵਾਸਤੇ, ਉਹ ਕਾਰਜ ਸਚਾਈ ਦੇ ਜਿਹੜੇ ਕਾਰਜ ਨੇ, ਜਿੱਦਾਂ ਕਿ ਗੁਰਬਾਣੀ ਦੀ ਵਿਚਾਰ ਘਰ ਘਰ ਵਿੱਚ ਪਹੁੰਚਾਉਣਾ, ਗੁਰੂ ਸਾਹਿਬ ਜੀ ਨੇ ਤੇ ਇਹ ਮਹਾਨ ਕਾਰਜ ਕੀਤੇ ਨੇ। ਪਰ ਦੁਨੀਆ ਦੇ ਵਿੱਚ ਜਿਹੜੇ ਝੂਠੇ ਲੋਕ, ਜਿਹੜੇ ਪਾਪੀ ਲੋਕ ਪੈਦਾ ਹੋਏ, ਉਹਨਾਂ ਨੇ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਚੰਗਾ ਨਹੀਂ ਸਮਝਿਆ। ਜਿਵੇਂ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਆਪਾਂ ਗੱਲ ਕਰਦੇ ਹਾਂ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਹੀ ਸੱਚ ਦੀ ਗੱਲ ਜਿਹੜੀ ਹੈ ਘਰ ਘਰ ਵਿੱਚ ਪਹੁੰਚਾਈ ਹੈ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਗੁਰੂ ਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਕਈ ਲੋਕਾਂ ਨੇ, ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਸਾਧ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਕਈਆਂ ਲੋਕਾਂ ਨੇ, ਜਿਹੜੇ ਪਾਪੀ ਲੋਕ ਨੇ, ਝੂਠੇ ਲੋਕ ਨੇ, ਆਪ ਭੈੜੇ ਲੋਕ ਨੇ, ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਜਿਹੜਾ ਹੈ ਉਹ ਬਹੁਤਾ ਚੰਗਾ ਨਹੀਂ ਆਖਿਆ। ਪਰ ਚੰਗਾ ਕਿਹਨਾਂ ਨੇ ਆਖਿਆ? ਜਿਹੜੇ ਆਪ ਚੰਗੇ ਸੀ, ਗੁਰਮਤ ਦੀ ਵਿਚਾਰਧਾਰਾ ਜਿਹੜੇ ਪ੍ਰਾਪਤ ਕਰਨਾ ਚਾਹੁੰਦੇ ਸੀ। ਹੁਣ ਗੱਲ ਜਦੋਂ ਦਸ਼ਮੇਸ਼ ਪਿਤਾ ਜੀ ਦੀ ਆਉਂਦੀ ਹੈ, 10ਵੇਂ ਪਾਤਸ਼ਾਹ ਜੀ ਦੀ ਗੱਲ ਆਉਂਦੀ ਹੈ, ਜਿਹੜੇ ਵੈਰੀ ਹਾਕਮ, ਜਿਹੜੀਆਂ ਮੁਗਲ ਹਕੂਮਤਾਂ, ਜਿਵੇਂ ਕਿ ਔਰੰਗਜ਼ੇਬ ਵਰਗੇ ਗੁਰੂ ਸਾਹਿਬਾਨਾਂ ਤੋਂ ਪਹਿਲਾਂ ਹੀ, ਜਿਵੇਂ ਕਿ ਤੁਸੀਂ ਇਤਿਹਾਸ ਪੜ੍ਹੋਗੇ, ਇਤਿਹਾਸ ਦੇ ਵਿੱਚ ਪਤਾ ਲੱਗੇਗਾ, ਗੁਰੂ ਹਰਿਰਾਏ ਸਾਹਿਬ ਜੀ ਵੇਲੇ ਵੀ ਇਹ ਔਰੰਗਜ਼ੇਬ ਵਰਗੇ ਸਿੱਖ ਧਰਮ ਦੇ ਕੀਤੇ ਹੋਏ ਕਾਰਜਾਂ ਨੂੰ ਚੰਗਾ ਨਹੀਂ ਸੀ ਚਾਹੁੰਦੇ। ਦੁਨੀਆ ਦੇ ਵਿੱਚ ਜਿਹੜੇ ਰਾਜੇ ਮਹਾਰਾਜੇ ਬਾਦਸ਼ਾਹ ਹੋਏ ਨੇ, ਇਹਨਾਂ ਬਾਦਸ਼ਾਹਾਂ ਦੇ ਵਿੱਚੋਂ ਕਈ ਬਾਦਸ਼ਾਹਾਂ ਦੇ ਨਾਮ ਆਉਂਦੇ ਨੇ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਆਣ ਕੇ ਸਿਰਫ ਤੇ ਸਿਰਫ ਇਹਨਾਂ ਦੁਨੀਆ ਨੂੰ ਲੁੱਟਿਆ ਹੀ ਹੈ। ਕੋਈ ਇਹਨਾਂ ਦੁਨੀਆ ਦਾ ਜਿਹੜਾ ਹੈ ਬਹੁਤਾ ਕੁਝ ਸਵਾਰਿਆ ਹੀ ਨਹੀਂ ਹੈ, ਬਹੁਤਾ ਸੁਖੀ ਨਹੀਂ ਕੀਤਾ। ਹੁਣ ਜਦੋਂ ਔਰੰਗਜ਼ੇਬ ਹੈ ਜਿਹੜਾ, ਜਾਂ ਹੋਰ ਬਾਦਸ਼ਾਹ ਜਿਹੜੇ ਨੇ ਪਹਾੜੀ ਰਾਜੇ ਨੇ, ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਕੀਤੇ ਕਾਰਜ ਉਹਨਾਂ ਨੂੰ ਚੰਗੇ ਨਹੀਂ। ਪਹਿਲਾਂ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ, ਆਪ ਜੀ ਨੂੰ ਤੇ ਪਤਾ ਹੀ ਹੈ ਕਿ ਜਿਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਿੱਲੀ ਦੇ ਵਿੱਚ ਕਿਵੇਂ ਉਹਨਾਂ ਨੂੰ ਚਾਂਦਨੀ ਚੌਂਕ ਦੇ ਵਿੱਚ ਕਿਵੇਂ ਉਹਨਾਂ ਦਾ ਜਿਹੜਾ ਸਿਰ ਕਲਮ ਕੀਤਾ ਗਿਆ ਹੈ, ਕਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਹੈ। ਹੁਣ ਗੱਲ ਦਸ਼ਮੇਸ਼ ਪਿਤਾ ਦੀ ਆਉਂਦੀ ਹੈ ਤੇ ਸਿਰ ਝੁਕਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅੱਗੇ। ਉਹ ਕਵੀ ਲਿਖਦੇ ਨੇ, ਰਾਈਟਰ ਲਿਖਦੇ ਨੇ, ਸ਼ੇਅਰ ਲਿਖਦੇ ਨੇ, ਉਹ ਕਹਿਣ ਲੱਗੇ, ਕਰਤਾਰ ਕੀ ਸੌਗੰਧ ਨਾਨਕ ਕੀ ਕਸਮ ਹੈ, ਜਿਤਨੀ ਵੀ ਤਾਰੀਫ ਹੋ ਗੁਰੂ ਗੋਬਿੰਦ ਸਿੰਘ ਕੀ ਉਹ ਕੰਮ ਹੈ। ਸਾਧ ਸੰਗਤ ਜੀ ਧਿਆਨ ਨਾਲ ਸੁਣਿਓ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਸਿਰ ਝੁਕਦਾ ਹੈ, ਜਿਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਹੀ ਛੋਟੀ ਜਿਹੀ ਉਮਰ ਦੇ ਵਿੱਚ, ਵੇਖੋ ਕਿੰਨੀ ਵੱਡੀ ਗੱਲ ਹੈ, ਪਹਿਲਾਂ ਤੇ ਉਹਨਾਂ ਨੇ ਆਪਣੇ ਪਿਤਾ ਨੂੰ ਦਿੱਲੀ ਦੇ ਵੱਲ ਤੋਰਿਆ ਹੈ। ਕਾਹਦੇ ਵਾਸਤੇ? ਕਿ ਪਿਤਾ ਜੀ ਤੁਸੀਂ ਹੀ ਜ਼ੁਲਮ ਨੂੰ ਠੱਲ ਪਾ ਸਕਦੇ ਜੇ। ਫਿਰ ਬਾਅਦ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਤੇ ਬੈਠ ਗਏ ਨੇ, ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਤੁਸੀਂ ਇਤਿਹਾਸ ਪੜ੍ਹੋਗੇ ਤੇ ਮਹਾਰਾਜ ਜੀ ਨੇ ਵਾਕਿਆ ਹੀ ਬੜੇ ਸੁੰਦਰ ਤੇ ਸੋਹਣੇ ਕਾਰਜ ਕੀਤੇ ਨੇ। ਮੈਂ ਇੱਥੇ ਇੱਕ ਬੇਨਤੀ ਹੋਰ ਕਰਦੇ ਹਾਂ ਆਪ ਸੰਗਤਾਂ ਨੂੰ, ਉਹਨਾਂ ਸਮਿਆਂ ਦੇ ਵਿੱਚ ਵਾਕਿਆ ਹੀ ਦੁਨੀਆ ਦੇ ਨਾਲ ਵਿਤਕਰੇ, ਵਖਰੇਵੇਂ ਕੀਤੇ ਜਾਂਦੇ ਸਨ। ਵਖਰੇਵੇਂ ਕਿਹੜੇ ਤਰੀਕੇ ਦੇ ਨਾਲ? ਉਹਨਾਂ ਸਮਿਆਂ ਦੇ ਵਿੱਚ ਨੀਵੀਂ ਜਾਤ, ਉੱਚੀ ਜਾਤਾਂ ਦੇ ਇਹ ਵਖਰੇਵੇਂ ਸਨ। ਨੀਵੀਂ ਜਾਤ ਵਾਲਿਆਂ ਨੂੰ ਨੇੜੇ ਨਹੀਂ ਸੀ ਲਗਾਇਆ ਜਾਂਦਾ, ਉੱਚੀ ਜਾਤ ਵਾਲਿਆਂ ਨੂੰ ਲੋਕ ਨੇੜੇ ਲਾਉਂਦੇ ਸੀ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਘਰ ਦਾ ਫਲਸਫਾ ਹੈ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਘਰ ਦਾ ਸਿਧਾਂਤ ਹੈ ਕਿ ਸਾਡੇ ਵਾਸਤੇ ਰੱਬ ਦੇ ਬਣਾਏ ਹੋਏ ਬੰਦੇ ਇੱਕ ਹੀ ਨੇ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਨੰਦਪੁਰ ਸ਼ਹਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਪ ਵਸਾਇਆ। ਮਹਾਰਾਜ ਨੇ ਰਹਿਮਤਾਂ ਕੀਤੀਆਂ, ਕਿਰਪਾ ਕੀਤੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਉੱਥੋਂ ਦੇ ਕਾਰਜ ਵੇਖ ਕੇ ਭੀਮ ਚੰਦ ਹੈ, ਭੀਮ ਚੰਦ ਦਾ ਨਾਮ ਹੁੰਦਾ ਹੈ ਜੀ,
ਭੀਮ ਚੰਦ ਵੇਖ ਕੇ ਉੱਥੋਂ ਦੇ ਕਾਰਜ ਆਨੰਦਪੁਰ ਦੇ ਬਹੁਤਾ ਖੁਸ਼ ਨਹੀਂ ਹੁੰਦਾ। 1680 ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਰਣਜੀਤ ਨਗਾਰਾ ਤਿਆਰ ਕਰਵਾਇਆ ਹੈ ਜੀ। ਜਦੋਂ ਰਣਜੀਤ ਨਗਾਰਾ ਸਤਿਗੁਰੂ ਦੇ ਦਰਬਾਰ ਵਿੱਚ ਆਨੰਦਾਂ ਦੀ ਪੁਰੀ ਦੇ ਵਿੱਚ ਆਨੰਦਪੁਰ ਵੱਜਦਾ ਹੈ ਨਾ, ਭੀਮ ਚੰਦ ਨੂੰ ਜਦੋਂ ਆਵਾਜ਼ ਸੁਣਦੀ ਹੈ, ਭੀਮ ਚੰਦ ਜਦੋਂ ਵੇਖਦਾ ਹੈ ਤੇ ਉਹ ਆਪਣੇ ਸਿਪਾਹੀਆਂ ਨੂੰ ਪੁੱਛਦਾ ਹੈ ਕਿ ਸਾਡੀ ਰਿਆਸਤ ਦੇ ਵਿੱਚ ਕਿਹੜਾ ਰਾਜਾ ਪੈਦਾ ਹੋ ਗਿਆ, ਰਾਜੇ ਤੇ ਅਸੀਂ ਵੀ, ਇਹ ਕਿਹੜਾ ਰਾਜਾ ਪੈਦਾ ਹੋ ਗਿਆ ਹੈ। ਤੇ ਉਹ ਜਿਹੜਾ ਉਹਦਾ ਸਿਪਾਹੀ ਹੈ ਪ੍ਰੇਮਾ ਪੁਰੋਹਿਤ ਹੈ ਉਹਦਾ, ਉਸ ਸਿਪਾਹੀ ਦਾ ਨਾਮ, ਉਹ ਸਿਪਾਹੀ ਸੱਚ ਬੋਲਦਾ ਹੈ। ਉਹ ਕਹਿਣ ਲੱਗਾ ਇਹ ਉਸ ਦਾਦੇ ਦੇ ਪੋਤਰੇ ਦਾ ਨਗਾਰਾ ਏ ਜਿਹਦੇ ਦਾਦੇ ਨੇ ਤੁਹਾਡੇ ਦਾਦੇ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਰਿਹਾਅ ਕਰਵਾਇਆ ਸੀ। ਭੀਮ ਚੰਦ ਨੂੰ ਉਹ ਪ੍ਰੇਮਾ ਪੁਰੋਹਿਤ ਕਹਿਣ ਲੱਗਾ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਦਾਦਾ ਜੀ ਨੇ, ਉਹਨਾਂ ਨੇ ਤੁਹਾਡੇ ਦਾਦੇ ਨੂੰ, ਭੀਮ ਚੰਦ ਦੇ ਦਾਦੇ ਦਾ ਨਾਮ ਸੀ ਤਾਰਾ ਚੰਦ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਰਿਹਾਅ ਕਰਵਾਇਆ ਸੀ। ਹੁਣ ਉਹ ਭੀਮ ਚੰਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਵਾਕਿਆ ਹੀ ਇਹਨਾਂ ਸੁੰਦਰ ਕਾਰਜਾਂ ਨੂੰ, ਸੋਹਣੇ ਕਾਰਜਾਂ ਨੂੰ ਵੇਖ ਕੇ ਬਹੁਤਾ ਖੁਸ਼ ਨਹੀਂ ਹੋਇਆ, ਕਿਉਂਕਿ ਮਨ ਵਿੱਚ ਜੈਲਸ ਪੈਦਾ ਹੋ ਗਈ, ਈਰਖਾ ਪੈਦਾ ਹੋ ਗਈ ਕਿ ਰਾਜੇ ਤੇ ਅਸੀਂ ਵੀ, ਇਹ ਰਾਜੇ ਕਿਉਂ, ਇਹ ਰਾਜਾ ਬਾਦਸ਼ਾਹ ਕਿਉਂ ਸਾਡੀ ਰਿਆਸਤ ਵਿੱਚ ਪੈਦਾ ਹੋ ਗਿਆ ਹੈ। ਹੁਣ ਵੇਖੋ ਰਾਜਿਆਂ ਦੇ ਦਰਬਾਰ ਵਿੱਚ ਵਿਤਕਰੇ ਹੁੰਦੇ ਹੋਣਗੇ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਘਰ ਵਿੱਚ ਕੋਈ ਵਿਤਕਰਾ ਨਹੀਂ। ਮਹਾਰਾਜ ਜੀ ਆਨੰਦਪੁਰ ਦੇ ਵਿੱਚ ਕੋਈ ਗਰੀਬ ਅਮੀਰ ਆਉਂਦਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਉਹਨੂੰ ਗੱਲ ਨਾਲ ਲਾਉਂਦੇ ਨੇ। ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਹੁਣ ਉਹਨਾਂ ਦੇ, ਜੇ ਉਹ ਆਪ ਸਿੱਖਿਆਵਾਨ ਨੇ, ਜੇ ਉਹ ਆਪ ਗੁਰਬਾਣੀ ਦੀ ਉਹਨਾਂ ਦੇ ਕੋਲ ਸਿੱਖਿਆ ਹੈ, ਜੇ ਆਪ ਉਹ ਮਹਾਨ ਗੁਰੂ ਨੇ, ਤੇ ਤੁਸੀਂ ਅੰਦਾਜ਼ਾ ਲਗਾਓ ਜਿਹੜੇ ਉਹਨਾਂ ਦੇ ਘਰ ਵਿੱਚ ਪੁੱਤਰ ਪੈਦਾ ਹੋਣਗੇ, ਉਹ ਪੁੱਤਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਵਰਗੇ ਹੋਣਗੇ। ਕਿਉਂਕਿ ਦੁਨੀਆ ਦੇ ਵਿੱਚ ਮਿਸਾਲ ਮਿਲਦੀ ਹੈ ਕਿ ਸੰਸਾਰ ਦੇ ਵਿੱਚ ਮਾਂ-ਬਾਪ ਚੰਗੇ ਹੋਣ ਤੇ ਉਹਨਾਂ ਦੇ ਧੀ ਪੁੱਤਰ ਵੀ ਚੰਗੇ ਨਿਕਲਦੇ ਨੇ। ਇਹ ਮਿਸਾਲ ਹੈ ਦੁਨੀਆ ਦੇ ਵਿੱਚ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚ 4 ਸਾਹਿਬਜ਼ਾਦੇ ਪੈਦਾ ਹੋਏ ਨੇ, ਔਰ ਜਿਹੜੀ ਸਾਡੀ ਜ਼ੁਬਾਨ ਹੈ ਨਾ ਕੰਬ ਜਾਂਦੀ ਹੈ ਉਹਨਾਂ 4 ਸਾਹਿਬਜ਼ਾਦਿਆਂ ਦਾ ਜਿਹੜਾ ਜਦੋਂ ਇਤਿਹਾਸ ਸੁਣਦੇ ਆ ਤੇ ਪੜ੍ਹਦੇ ਆ। ਉਹ ਕਵੀ ਲਿਖਦਾ ਕਾਂਪਤੇ ਹੈ ਲਫ਼ਜ਼ ਜਬ ਜ਼ਿਕਰ ਆਪਕਾ ਕਰਤੇ ਹੈ, ਸਾਹਿਬ ਕੇ ਸਾਹਿਬਜ਼ਾਦੇ ਅਮਰ ਹੈ ਔਰ ਸਭਾ ਜੈਸੇ ਬਾਰ-ਬਾਰ ਮਰਤੇ ਹੈ। ਲਫ਼ਜ਼ ਕੰਬ ਜਾਂਦੇ ਆ ਜੀ। ਜਦੋਂ ਇਤਿਹਾਸਕਾਰਾਂ ਨੇ ਇਤਿਹਾਸ ਲਿਖਿਆ ਉਹ ਕਹਿਣ ਲੱਗੇ ਪੁੱਤਰ ਤੇ ਦੁਨੀਆ ਦੇ ਵਿੱਚ ਹੋਰ ਵੀ ਬੜੇ ਪੈਦਾ ਹੋਣਗੇ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪੁੱਤਰਾਂ ਵਰਗਾ ਹੋਰ ਕੋਈ ਨਹੀਂ। ਦੁਨੀਆ ਦੇ ਵਿੱਚ ਮਰਦੇ ਵੀ ਪੁੱਤਰ ਬੜੇ ਹੋਣਗੇ, ਜਿਉਂਦੇ ਪੈਦਾ ਵੀ ਬੜੇ ਹੁੰਦੇ ਹੋਣਗੇ, ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪੁੱਤਰਾਂ ਵਰਗਾ ਕੋਈ ਨਹੀਂ। ਜ਼ਿਕਰ ਆਉਂਦਾ ਹੈ ਜੀ ਬਾਬਾ ਅਜੀਤ ਸਿੰਘ ਜੀ ਦਾ, ਕਿਉਂਕਿ ਲੜੀ ਮੈਂ ਤਾਂ ਸ਼ੁਰੂ ਕੀਤੀ ਹੈ ਇਤਿਹਾਸ ਦੀ ਕਿਉਂਕਿ ਵਿਸ਼ਾ ਹੈ ਜੀ ਅੱਜ ਦਾ। ਜ਼ਿਕਰ ਆਉਂਦਾ ਹੈ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ। ਤੇ ਇੱਥੇ ਮੈਂ ਇੱਕ ਬੇਨਤੀ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਇਹ ਦੋਵੇਂ 4 ਸਾਹਿਬਜ਼ਾਦੇ, ਤੁਸੀਂ ਮੰਨ ਲਓ 4 ਸਾਹਿਬਜ਼ਾਦੇ, ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਤੇ ਸਭ ਤੋਂ ਉਹਨਾਂ ਦੇ ਜਿਹੜੇ ਮਾਤਾ ਜੀ ਨੇ, ਮਾਤਾ ਗੁਜਰ ਕੌਰ ਜੀ। ਮਾਤਾ ਗੁਜਰ ਕੌਰ ਜੀ ਨੇ ਜਿੱਥੇ ਆਪਣੇ ਹੋਰ ਅਨੇਕਾਂ ਸਿੱਖਾਂ ਨੂੰ ਸਿੱਖਿਆ ਦਿੱਤੀ ਹੈ, ਉੱਥੇ ਆਪਣੇ ਪੁੱਤਰਾਂ ਨੂੰ ਆਪਣੀ ਗੋਦਰੀ ਦੇ ਵਿੱਚ ਬਿਠਾ ਕਰਕੇ ਬੜੀ ਹੀ ਪਿਆਰੀ ਸਿੱਖਿਆ ਦਿੱਤੀ ਹੈ। ਉਹ ਸਿੱਖਿਆ ਕਿਹੜੀ ਹੈ? ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀ ਸਿੱਖਿਆ ਦਿੱਤੀ ਹੈ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਐਵੇਂ ਨਹੀਂ ਜੰਗ ਦੇ ਮੈਦਾਨ ਵਿੱਚ ਲੜ ਕੇ ਆਪਣੇ ਆਪ ਨੂੰ ਸ਼ਹੀਦ ਕਰਵਾ ਲੈਂਦੇ ਨੇ, ਸ਼ਹਾਦਤਾਂ ਦਾ ਜਾਮ ਪੀ ਲੈਂਦੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਕਈ ਵਾਰ ਮੈਂ ਗੁਰੂ ਦੀਆਂ ਸੰਗਤਾਂ ਦੇ ਨਾਲ ਬੇਨਤੀ ਕਰਦਾ ਹੁੰਦਾ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ ਨਾ, ਇਹ ਬਾਣੀ ਸਾਡੇ ਮਨ ਨੂੰ ਬਹੁਤ ਤਾਕਤ ਦਿੰਦੀ ਹੈ। ਜਿਹੜੇ ਲੋਕ ਸੱਚੇ ਮਨੋਂ ਕਿਤੇ ਬਾਣੀ ਪੜ੍ਹ ਲੈਣ, ਤੁਸੀਂ ਅੰਦਾਜ਼ਾ ਲਗਾਓ, ਸਾਹਿਬਜ਼ਾਦਿਆਂ ਨੇ ਸਤਿਗੁਰੂ ਦੀ ਬਾਣੀ ਪੜ੍ਹੀ ਵੀ ਹੈ, ਹਿਰਦੇ 'ਚ ਵਸਾਈ ਹੈ ਤੇ ਆਪਣਾ ਜੀਵਨ ਵੀ ਉਸੇ ਤਰੀਕੇ ਨਾਲ ਬਣਾਇਆ ਹੈ। ਕਿਉਂਕਿ ਜੋ ਗੁਰ ਕਹੈ ਸੋਈ ਭਲ ਮਾਨੋ, ਹਰਿ ਹਰਿ ਕਥਾ ਨਿਰਾਲੀ। ਜੋ ਗੁਰੂ ਦੀ ਬਾਣੀ ਕਹਿੰਦੀ ਹੈ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਾਹਿਬਜ਼ਾਦੇ ਉਦਾਂ ਹੀ ਆਪਣਾ ਜੀਵਨ ਬਣਾ ਰਹੇ ਨੇ। ਹੁਣ ਉਹਨਾਂ ਨੇ ਮਾਤਾ ਗੁਜਰ ਕੌਰ ਜੀ ਕੋਲ ਬੈਠ ਕੇ ਬਾਣੀ ਸੁਣੀ ਹੈ, ਬਾਣੀ ਪੜ੍ਹੀ ਹੈ ਤੇ ਹਿਰਦੇ ਦੇ ਵਿੱਚ ਬਾਣੀ ਨੂੰ ਵਸਾਇਆ ਤੇ ਆਪਣਾ ਜੀਵਨ ਵੀ ਉਦਾਂ ਹੀ ਅਪਣਾਇਆ ਹੈ। ਹੁਣ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਇਹਨਾਂ ਦੋਵੇਂ ਸਾਹਿਬਜ਼ਾਦਿਆਂ ਨੂੰ ਕੱਲਾ ਗੁਰੂ ਸਾਹਿਬ ਜੀ ਨੇ, ਮਾਤਾ ਜੀ ਨੇ ਗੁਰਬਾਣੀ ਦੀ ਸਿੱਖਿਆ ਨਹੀਂ, ਸ਼ਸਤਰ ਦੀ ਵਿਦਿਆ ਵੀ ਸਤਿਗੁਰੂ ਦੇ ਘਰ ਦੇ ਵਿੱਚ ਮਰਿਆਦਾ ਹੈ।
ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਘਰ ਤੋਂ ਮਰਿਆਦਾ ਸ਼ਸਤਰਾਂ ਦੀ ਵਿਦਿਆ ਸ਼ੁਰੂ ਹੁੰਦੀ ਹੈ, ਕਿਉਂਕਿ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਆਪ ਸ਼ਸਤਰ ਦੀ ਵਿਦਿਆ ਉਹਨਾਂ ਨੂੰ ਬਚਪਨ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਸਿਖਾਇਆ ਕਰਦੇ ਸਨ। ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਆਪਣੇ ਪੁੱਤਰਾਂ ਨੂੰ, ਬਾਬਾ ਅਜੀਤ ਸਿੰਘ ਜੀ ਨੂੰ, ਬਾਬਾ ਜੁਝਾਰ ਸਿੰਘ ਜੀ ਨੂੰ, ਜੋ ਸ਼ਸਤਰਾਂ ਦੀ ਵਿਦਿਆ ਹੈ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਘਰ ਦੇ ਵਿੱਚੋਂ ਬਖਸ਼ੀ ਹੈ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਾਣਦੇ ਸਨ ਕਿ ਜਿਹੋ ਜਿਹਾ ਸਮਾਂ ਬਣ ਗਿਆ ਏ, ਇਹਨਾਂ ਯੋਧਿਆਂ ਨੇ, ਇਹਨਾਂ ਗੁਰੂ ਕੇ ਸਿੱਖਾਂ ਨੇ ਜੰਗ ਦੇ ਮੈਦਾਨ ਵਿੱਚ ਲੜਨਾ ਹੈ, ਜੂਝਣਾ ਹੈ, ਕਿਉਂਕਿ ਮਹਾਰਾਜ ਜੀ ਨੂੰ ਪਤਾ ਸੀ ਕਿ ਜਿਵੇਂ ਸਾਡੀ ਸੱਚ ਦੀ ਵਿਚਾਰ ਹੈ, ਜਿਵੇਂ ਅਸੀਂ ਘਰ ਘਰ ਵਿੱਚ ਸੱਚ ਦੀ ਵਿਚਾਰ ਪਹੁੰਚਾ ਰਹੇ ਹਾਂ, ਵੈਰੀਆਂ ਨੂੰ, ਦੁਸ਼ਮਣਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਉਹਨਾਂ ਨੇ ਕਿਤੇ ਨਾ ਕਿਤੇ ਹਮਲੇ ਕਰਨੇ ਨੇ, ਕਿਤੇ ਨਾ ਕਿਤੇ ਜੰਗਾਂ ਹੋਣਗੀਆਂ, ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਪਹਿਲਾਂ 4 ਜੰਗਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਲੜ ਚੁੱਕੇ ਨੇ। ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਤਾਂ ਪਤਾ ਹੈ, ਉਹ ਕੱਲਾ ਸਾਹਿਬਜ਼ਾਦਿਆਂ ਨੂੰ ਸ਼ਸਤਰਾਂ ਦੀ ਵਿਦਿਆ ਨਹੀਂ ਸਿਖਾਉਂਦੇ, ਉਹ ਉੱਥੋਂ ਦੇ ਜਿਹੜੇ ਆਨੰਦਪੁਰ ਦੇ ਵਿੱਚ ਰਹਿਣ ਵਾਲੇ ਹੋਰ ਵੀ ਗੁਰੂ ਕੇ ਸਿੱਖ ਨੇ, ਉਹਨਾਂ ਨੂੰ ਵੀ ਸ਼ਸਤਰਾਂ ਦੀ ਵਿਦਿਆ ਜਿਹੜੀ ਹੈ ਉਹ ਸਿਖਾਈ ਜਾਂਦੀ ਹੈ। ਹੁਣ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪੁੱਤਰ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਇਤਿਹਾਸਕਾਰ ਲਿਖਦੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚ, ਭਾਵ ਆਨੰਦਪੁਰ ਸ਼ਹਿਰ ਵਿੱਚ, ਇੱਕ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਘਰ ਵਿੱਚ ਅਰਦਾਸ ਲੈ ਕੇ, ਬੇਨਤੀ ਲੈ ਕੇ, ਜੋਦੜੀ ਲੈ ਕੇ ਇੱਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚ ਮਨੁੱਖ ਆਉਂਦਾ ਹੈ। ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚ ਆਣ ਕੇ ਬੇਨਤੀ ਕਰਦਾ ਹੈ, ਮਹਾਰਾਜ ਮੈਂ ਤੇ ਰਸਤੇ ਦੇ ਵਿੱਚ ਆ ਰਿਹਾ ਸੀ ਤੇ ਜਿਹੜੇ ਲੁੱਟਣ ਵਾਲੇ ਨੇ, ਡਾਕੂ ਨੇ, ਮੁਗਲ ਹਕੂਮਤਾਂ ਨੇ, ਉਹਨਾਂ ਨੇ ਮੇਰੀ ਪਤਨੀ ਨੂੰ ਉਠਾ ਲਿਆ ਹੈ ਤੇ ਉਹ ਮੇਰੀ ਪਤਨੀ ਨੂੰ ਉਠਾ ਕਰਕੇ ਲੈ ਗਏ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ, ਸੁਣਿਆ ਹੈ ਤੁਹਾਡੇ ਸਿੱਖ ਜ਼ੁਲਮ ਨਹੀਂ ਕਿਸੇ ਤੇ ਹੋਣ ਦਿੰਦੇ, ਸੁਣਿਆ ਹੈ ਤੁਸੀਂ ਵੀ ਜ਼ੁਲਮ ਨੂੰ ਖਤਮ ਕਰਦੇ ਹੋ, ਜ਼ੁਲਮ ਨਹੀਂ ਹੋਣ ਦਿੰਦੇ, ਜ਼ੁਲਮ ਨੂੰ ਰੋਕਦੇ ਜੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਮੈਂ ਵੀ ਤੁਹਾਡੇ ਘਰ 'ਚ ਇਹ ਅਰਜ਼ ਲੈ ਕੇ ਆਇਆ ਹਾਂ ਕਿ ਮੇਰੀ ਪਤਨੀ ਨੂੰ ਜਿਹੜੇ ਉਹ ਲੁੱਟਣ ਹਾਰੇ, ਉਹ ਜਿਹੜੇ ਡਾਕੂ ਜਿਹੜੇ ਉਠਾ ਕਰਕੇ ਲੈ ਗਏ ਨੇ, ਮੈਂ ਵੀ ਬੇਨਤੀ ਕਰਦਾ ਹਾਂ ਆਪਣੇ ਸਿੱਖਾਂ ਨੂੰ ਹੁਕਮ ਕਰੋ, ਮੇਰੇ ਤੇ ਰਹਿਮਤ ਕਰੋ ਕਿ ਆਪਣੇ ਸਿੱਖਾਂ ਨੂੰ ਹੁਕਮ ਕਰੋ ਕਿ ਮੇਰੀ ਪਤਨੀ ਨੂੰ ਛੁਡਵਾ ਕੇ ਲੈ ਆਉਣ। ਹੁਣ ਵੇਖੋ, ਗੁਰੂ ਕੇ ਸਿੱਖ ਜਿਹੜੇ ਨੇ, ਉਹ ਗੁਰੂ ਕੇ ਸਿੱਖ ਦੇ ਗੁਰੂ ਸਾਹਿਬ ਪਾਤਸ਼ਾਹ ਮਹਾਰਾਜ, ਬਾਣੀ ਦਾ ਸਿਧਾਂਤ ਹੈ, ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਘਰ ਦਾ ਸਿਧਾਂਤ ਹੈ ਨਾ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਲਿਖ ਕੇ ਚਲੇ ਗਏ ਸਨ ਕਿ ਕਿਸੇ ਨੂੰ ਡਰਾਉਣਾ ਨਹੀਂ ਹੈ। ਹਾਂ, ਜਿਹੜਾ ਜ਼ੁਲਮ ਕਰਦਾ ਹੈ, ਜਿਹੜਾ ਡਰਾਉਂਦਾ ਹੈ, ਉਹਦੇ ਨਾਲ ਜ਼ਰੂਰ ਮੁਕਾਬਲਾ ਡਟ ਕੇ ਕਰਨਾ ਹੈ। ਇਸੇ ਤਰੀਕੇ ਨਾਲ ਹੋਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ, ਉਹਨਾਂ ਦੇ ਘਰ ਦੇ ਵਿੱਚ ਜੋ ਮਨੁੱਖ ਇਹ ਅਰਜ਼ ਲੈ ਕੇ ਆਇਆ ਸੀ ਕਿ ਮਹਾਰਾਜ ਮੇਰੀ ਪਤਨੀ ਨੂੰ ਬਚਾ ਲਓ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ, ਬਾਬਾ ਜੁਝਾਰ ਸਿੰਘ ਜੀ ਨੂੰ ਹੁਕਮ ਕੀਤਾ ਹੈ। ਹੁਣ ਉਹ ਘੋੜਸਵਾਰ ਵੀ ਚੰਗੇ ਨੇ, ਸ਼ਸਤਰਾਂ ਦੀ ਵਿਦਿਆ ਵੀ ਜਾਣਦੇ ਨੇ, ਚੰਗੇ ਉਹ ਸਤਿਗੁਰੂ ਦੇ ਘਰ ਦੇ ਵਿੱਚ ਸ਼ਸਤਰਧਾਰੀ ਗੁਰੂ ਕੇ ਸਿੱਖ ਉਹ ਸਾਹਿਬਜ਼ਾਦੇ ਬਣ ਗਏ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕੀਤਾ ਹੈ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਸਿੱਖਾਂ ਨੂੰ ਲੈ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਮੰਨਦਿਆਂ ਹੋਇਆ ਆਪਣੇ ਸਿੱਖਾਂ ਨੂੰ ਲੈ ਕਰਕੇ ਉਹਨਾਂ ਲੁੱਟਣ ਵਾਲਿਆਂ, ਉਹ ਡਾਕੂਆਂ ਦੇ ਕੋਲ ਜਾਂਦੇ ਨੇ, ਜਿਹੜੇ ਡਾਕੂ ਉਸ ਮਨੁੱਖ ਦੀ ਪਤਨੀ ਨੂੰ ਚੁੱਕ ਕੇ ਲੈ ਗਏ ਸਨ। ਬਾਬਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ ਉੱਥੇ ਜਾਂਦੇ ਨੇ ਤੇ ਉਸ ਮਨੁੱਖ ਦੀ ਪਤਨੀ ਨੂੰ ਬਚਾ ਕਰਕੇ ਲੈ ਆਉਂਦੇ ਨੇ। ਇਹ ਹੈ ਸਤਿਗੁਰੂ ਦੇ ਘਰ ਦੇ ਵਿੱਚੋਂ ਮਹਾਨ ਜਿਹੜੀਆਂ ਉਹਨਾਂ ਨੇ ਸਿੱਖਿਆਵਾਂ ਪ੍ਰਾਪਤ ਕੀਤੀਆਂ, ਵੈਰੀਆਂ ਦੇ ਨਾਲ ਮੁਕਾਬਲਾ ਕਿਵੇਂ ਕਰਨਾ ਹੈ, ਵੈਰੀਆਂ ਨੂੰ ਖਤਮ ਕਿਵੇਂ ਕਰਨਾ ਹੈ, ਜ਼ੁਲਮ ਨੂੰ ਖਤਮ ਕਿਵੇਂ ਕਰਨਾ ਹੈ, ਸਤਿਗੁਰੂ ਦੇ ਘਰ ਵਿੱਚ ਉਹ ਸਿੱਖਿਆ ਪ੍ਰਾਪਤ ਕੀਤੀ ਸੀ। ਤੇ ਤਾਂ ਹੀ ਉਹ ਸਾਹਿਬਜ਼ਾਦੇ ਸਭ ਤੋਂ ਪਹਿਲੀ ਵਾਰ ਉਹਨਾਂ ਨੇ ਇਹ ਮਹਾਨ ਜਿਹੜਾ ਕਾਰਜ ਕੀਤਾ। ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਪਣੇ ਪੁੱਤਰਾਂ ਤੋਂ ਬਹੁਤ ਖੁਸ਼ ਹੋਏ ਨੇ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਤੋਂ। ਔਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਬਾਅਦ ਦੇ ਵਿੱਚ ਜਿਵੇਂ ਕਿ ਹੋਰ ਮਹਾਨ ਕਾਰਜ ਆਨੰਦਪੁਰ ਦੇ ਵਿੱਚ ਰਹਿ ਕੇ ਕਰਦੇ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਕੱਲਾ ਆਨੰਦਪੁਰ ਵਿੱਚ ਨਹੀਂ, ਹੋਰ ਕਈ ਥਾਵਾਂ ਦੇ ਵਿੱਚ, ਕਈ ਨਗਰ, ਕਈ ਪਿੰਡਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਗੁਰਮਤਿ ਦਾ ਪ੍ਰਚਾਰ ਸਿੱਖਾਂ ਨੂੰ ਘੱਲ ਕਰਕੇ ਸ਼ੁਰੂ ਕੀਤਾ ਹੋਇਆ ਸੀ। ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਇਹ ਕਾਰਜ ਔਰੰਗਜ਼ੇਬ ਵਰਗੇ ਜਦੋਂ ਵੇਖਦੇ ਨੇ, ਔਰ
ਗੁਰੂ ਕੇ ਸਿੱਖਾਂ ਦੇ ਬਾਰੇ ਉਹ ਜਦੋਂ ਸੁਣਦੇ ਨੇ ਔਰ ਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਬਾਰੇ ਸੁਣਦੇ ਨੇ, ਉਹ ਔਰੰਗਜ਼ੇਬ ਵਰਗੇ ਆਪਣੇ ਤਖਤਾਂ ਤੇ ਬੈਠ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਵੇਖ ਕੇ ਉਹ ਜਰੇ ਨਹੀਂ। ਤੁਸੀਂ ਧਿਆਨ ਦਿਓ, ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ, ਉਹਨਾਂ ਦਾ ਜੀਵਨ ਕਿਤੇ ਆਪਾਂ ਪੜ੍ਹ ਕੇ ਵੇਖੀਏ, ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕਦੀ ਵੀ ਕਿਸੇ ਤੇ ਜ਼ੁਲਮ ਨਹੀਂ ਕੀਤਾ, ਉਲਟਾ ਜ਼ੁਲਮ ਨੂੰ ਰੋਕਿਆ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਜ਼ੁਲਮ ਨਹੀਂ ਕਰਨਾ ਚਾਹੁੰਦੇ, ਕਿਸੇ ਨਾਲ ਲੜਨਾ ਨਹੀਂ ਚਾਹੁੰਦੇ, ਝਗੜਨਾ ਨਹੀਂ ਚਾਹੁੰਦੇ। ਬਸ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਤੇ ਉਹ ਵੈਰੀਆਂ ਨੇ ਹੱਦ ਪਾਰ ਕੀਤੀ ਹੈ ਤੇ ਤਾਂ ਲੜੀਆਂ ਨੇ। ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੇ ਨਾਲ ਲੜਨਾ ਹੀ ਚਾਹੁੰਦੇ ਨਾ, ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਲੜਨਾ ਚਾਹੁੰਦੇ, ਉਹਨਾਂ ਦੇ ਨਾਲ ਉਹਨਾਂ ਨੂੰ ਦੁਸ਼ਮਣੀ ਕਮਾਉਣੀ ਚਾਹੁੰਦੇ, ਵੈਰ ਕਮਾਉਣਾ ਚਾਹੁੰਦੇ, ਮਹਾਰਾਜ ਜੀ ਫਿਰ ਅੱਜ ਦੇ ਦਿਨ ਆਨੰਦਪੁਰ ਦਾ ਕਿਲ੍ਹਾ ਖਾਲੀ ਨਾ ਕਰਦੇ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਬੜੀ ਵੱਡੀ ਸਹਿਨਸ਼ੀਲਤਾ ਹੈ, ਇਹ ਗੁਰੂ ਸਾਹਿਬਾਨਾਂ ਦੇ ਵਿੱਚ ਹੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਇਹ ਕਾਰਜ ਵੇਖ ਕੇ ਔਰੰਗਜ਼ੇਬ ਵਰਗੇ ਜਰੇ ਨਹੀਂ, ਪਹਾੜੀ ਰਾਜਿਆਂ ਦੇ ਨਾਲ ਨੂੰ ਮੀਟਿੰਗ ਕਰਦੇ ਨੇ। ਪਹਾੜੀ ਰਾਜਿਆਂ ਦੇ ਨਾਲ ਮੀਟਿੰਗਾਂ ਹੁੰਦੀਆਂ, ਹੋਰ ਫੌਜਾਂ ਸਿਪਾਹੀਆਂ ਦੇ ਨਾਲ ਮੀਟਿੰਗਾਂ ਹੁੰਦੀਆਂ ਨੇ। ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਨੰਦਪੁਰ ਦਾ ਸ਼ਹਿਰ ਵਸਿਆ, ਉੱਥੇ ਕਿਲ੍ਹਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਕਾਰਜ ਕੀਤੇ ਨੇ, ਹੋ ਸਕੇ ਇਹਨਾਂ ਦੇ ਕਾਰਜ ਵੀ ਖਤਮ ਕੀਤੇ ਜਾਣ ਔਰ ਇਹਨਾਂ ਦੇ ਕਿਲ੍ਹੇ ਨੂੰ ਖਾਲੀ ਕੀਤਾ ਜਾਵੇ ਤੇ ਉੱਥੇ ਸਾਡਾ ਰਾਜ ਹੋ ਜਾਵੇ। ਮੈਂ ਇੱਥੇ ਬੇਨਤੀ ਕਰਦਿਆਂ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਵੇਲੇ ਵੀ ਜਹਾਂਗੀਰ ਬਾਦਸ਼ਾਹ ਨੇ ਚਾਹਿਆ ਸੀ ਕਿ ਮੇਰਾ ਰਾਜ ਹੋ ਜਾਵੇ। ਹੁਣ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਵੀ ਬਾਦਸ਼ਾਹ ਇਹ ਚਾਹੁੰਦੇ ਨੇ ਕਿ ਸਾਡਾ ਰਾਜ ਹੋ ਜਾਵੇ। ਆਪਸ ਵਿੱਚ ਸਲਾਹ ਕੀਤੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਤੇ ਹਮਲੇ ਕੀਤੇ ਜਾਣ। ਇਹਨਾਂ ਤੇ ਜਦੋਂ ਹਮਲੇ ਕੀਤੇ ਜਾਣਗੇ, ਹੋ ਸਕਦਾ ਇਹਨਾਂ ਦੇ ਸਿੱਖ ਖਤਮ ਹੋ ਜਾਣ, ਹੋ ਸਕਦਾ ਗੁਰੂ ਸਾਹਿਬ ਜੀ ਸਾਡੀ ਈਨ ਮੰਨ ਲੈਣ, ਹੋ ਸਕਦਾ ਗੁਰੂ ਸਾਹਿਬ ਜੀ ਸਾਡੇ ਕੋਲ ਆਣ ਕੇ ਸਾਡੇ ਅੱਗੇ ਨੀਵੇਂ ਹੋ ਜਾਣ। ਪਰ ਉਹ ਨਹੀਂ ਸੀ ਜਾਣਦੇ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਤੇ ਦੂਜਿਆਂ ਨੂੰ ਉਪਦੇਸ਼ ਦਿੰਦੇ ਨੇ ਕਿ ਅਕਾਲ ਪੁਰਖ ਅੱਗੇ ਝੁਕੋ, ਗੁਰੂ ਦੇ ਅੱਗੇ ਝੁਕੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਹੁਣ ਉਹਨਾਂ ਤੇ ਹਮਲੇ ਕਰਨ ਦੀਆਂ ਪਲੈਨਿੰਗਾਂ, ਬਾਦਸ਼ਾਹ ਵਰਗੇ ਪਹਾੜੀ ਰਾਜੇ ਵਰਗੇ ਉਹਨਾਂ ਤੇ ਹਮਲੇ ਕਰਨ ਦੀਆਂ ਸੋਚਦੇ ਨੇ। ਆਨੰਦਪੁਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਲਗਾਤਾਰ 7-8 ਮਹੀਨੇ ਜਿਹੜਾ ਪਹਿਲਾਂ ਆਨੰਦਪੁਰ ਦੇ ਕਿਲ੍ਹੇ ਨੂੰ ਜਿਹੜਾ ਉਹ ਘੇਰਾ ਪੈ ਗਿਆ ਹੈ। ਹੁਣ ਤੁਸੀਂ ਧਿਆਨ ਦਿਓ, ਅੰਦਾਜ਼ਾ ਲਗਾਓ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਆਨੰਦਪੁਰ ਨੂੰ ਇੰਨਾ ਲੰਮੇਰਾ ਸਮਾਂ ਘੇਰਾ ਪੈ ਗਿਆ ਹੈ ਨਾ, ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਜੇ ਸਿੱਖ ਬਾਹਰ ਆਉਂਦੇ ਨੇ, ਉਹਨਾਂ ਨੂੰ ਖਤਮ ਕੀਤਾ ਜਾਂਦਾ ਹੈ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਨੰਦਪੁਰ ਦੇ ਕਿਲ੍ਹੇ ਦੇ ਵਿੱਚ ਸਿੱਖ ਵੀ ਨੇ ਔਰ ਗੁਰੂ ਸਾਹਿਬ ਜੀ ਆਪ ਵੀ ਨੇ। ਜਿੰਨਾ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕੋਲ ਰਾਸ਼ਨ ਹੈ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਛਕੀ ਜਾ ਰਹੇ ਨੇ, ਸਿੱਖ ਛਕਦੇ ਨੇ। ਕਿਉਂਕਿ ਤੁਸੀਂ ਗੁਰੂ ਪਾਤਸ਼ਾਹ ਮਹਾਰਾਜ ਜੀ ਇੰਨੇ ਮਹਾਨ ਗੁਰੂ ਕੇ ਸਿੱਖਾਂ ਦੀਆਂ ਵੇਖੋ ਇੰਨੀਆਂ ਵੱਡੀਆਂ ਕੁਰਬਾਨੀਆਂ ਨੇ। ਅੱਜ ਆਪਾਂ ਇੱਕ ਦਿਨ ਪ੍ਰਸ਼ਾਦਾ ਨਾ ਛਕੀਏ ਤੇ ਸਰੀਰ ਜਿਹੜਾ ਹੈ, ਤਨ ਜਿਹੜਾ ਹੈ, ਕਈ ਬਿਮਾਰੀਆਂ ਲੱਗ ਜਾਂਦੀਆਂ, ਕੁਝ ਛਕੀਏ ਨਾ। ਪਰ ਮਹਾਨ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਤੇ ਆਪ ਉਹਨਾਂ ਦੇ ਅਨਿੰਨ ਗੁਰੂ ਕੇ ਪਿਆਰੇ ਸਿੱਖ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਨੰਦਪੁਰ ਦੇ ਕਿਲ੍ਹੇ ਨੂੰ ਘੇਰਾ ਪਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਹੁਣ ਜੋ ਵੀ ਉਹਨਾਂ ਦੇ ਕੋਲ ਰਾਸ਼ਨ ਹੈ, ਜੋ ਹੈ ਭੋਜਨ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਜਿਹੜੇ ਆ ਉਹ ਛਕਦੇ ਜਾ ਰਹੇ ਨੇ। ਇੱਥੇ ਇਤਿਹਾਸਕਾਰ ਇੱਕ ਹੋਰ ਚੀਜ਼ ਲਿਖਦੇ ਨੇ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਸਿੱਖ ਸੀ ਨਾ, ਉੱਥੋਂ 40 ਸਿੱਖ ਜਿਹੜੇ ਸੀ ਉਹ ਬਦਾਵਾ ਲਿਖ ਕੇ ਵੀ ਦੇ ਗਏ ਸਨ। ਇਹ ਇਤਿਹਾਸਕਾਰਾਂ ਕਈਆਂ ਨੇ ਲਿਖਿਆ ਹੈ ਤੇ ਦੁਨੀਆ ਦੇ ਵਿੱਚ ਕਈ ਵਾਰ ਢਾਡੀ ਜਥੇ ਜਿਹੜੇ ਨੇ, ਹੋਰ ਵੀ ਕਈ ਜਿਹੜੇ ਨੇ, ਇਹ ਜਿਹੜੇ ਸੁਣਾਇਆ ਜਾਂਦਾ ਹੈ ਕਿ 40 ਸਿੱਖ ਜਿਹੜੇ ਆ ਉਹ ਬਦਾਵਾ ਦੇ ਕੇ ਜਿਹੜੇ ਉਥੋਂ ਤੁਰ ਗਏ ਨੇ। ਪਰ ਕਈ ਵਾਰ ਤੁਸੀਂ ਖਿਆਲ ਕਰਿਓ, ਮੈਂ ਪਹਿਲਾਂ ਵੀ ਇੱਕ ਬੇਨਤੀ ਸ਼ੁਰੂ ਤੇ ਕੀਤੀ ਹੈ ਕਿ ਗੁਰੂ ਸਾਡਾ ਇੰਨਾ ਮਹਾਨ ਹੈ, ਗੁਰੂ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਸਿਧਾਂਤ, ਗੁਰਬਾਣੀ ਦੇ ਨਾਲ ਪ੍ਰੇਮ ਪਿਆਰ ਦੀਆਂ ਸਿੱਖਿਆਵਾਂ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਸਿੱਖਾਂ ਨੂੰ ਜਿਹੜੇ ਉਹਨਾਂ ਦੇ ਕੋਲ ਰਹਿੰਦੇ ਨੇ, ਮਹਾਰਾਜ ਨੇ ਉਹਨਾਂ ਨੂੰ ਉਹ ਸਿੱਖਿਆਵਾਂ ਦਿੱਤੀਆਂ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਉਹਨਾਂ ਦੇ ਮਨਾਂ 'ਚ ਜਜ਼ਬੇ ਭਰੇ ਨੇ।
ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਬਾਣੀ ਸਿਖਾਈ ਹੈ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੂੰ ਸਭਨਾ ਕੀ ਰੇਨੋ ਕਾ ਤਉ ਆਓ ਹਮਾਰੇ ਪਾਸ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ, ਜਿਹਨੇ ਵੀ ਉਹਨਾਂ ਦੇ ਕੋਲ ਸਿੱਖ ਵਸਦੇ ਨੇ, ਸਿਧਾਂਤ ਸਿਖਾਏ ਨੇ ਕਿ ਕਦੀ ਡੋਲਣਾ ਨਹੀਂ ਹੈ, ਕਿਉਂਕਿ ਉਹ ਉਸ ਗੁਰੂ ਦੇ ਨਾਲ ਜੁੜੇ ਨੇ ਜਿਹੜਾ ਗੁਰੂ ਕਦੀ ਆਪ ਨਹੀਂ ਡੋਲਦਾ। ਆਪ ਅਡੋਲ ਨਾ ਕਬਹੂ ਡੋਲੇ, ਉਸ ਗੁਰੂ ਦੇ ਨਾਲ ਜੁੜੇ ਨੇ ਜਿਹੜਾ ਗੁਰੂ ਕਦੀ ਡੋਲਦਾ ਹੀ ਨਹੀਂ ਹੈ। ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਾਂ ਨੂੰ ਜਦੋਂ ਇਹ ਸਿਧਾਂਤ ਦਿੱਤੇ ਹੋਣਗੇ, ਇਹ ਸਿੱਖਿਆਵਾਂ ਦਿੱਤੀਆਂ ਹੋਣਗੀਆਂ, ਤੇ ਮੇਰਾ ਖਿਆਲ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖ ਕਿੱਦਾਂ ਛੱਡ ਕੇ ਚਲੇ ਜਾਣਗੇ। ਇਹਦਾ ਮਤਲਬ ਹੈ ਗੁਰੂ ਵਿੱਚ ਕੋਈ ਕਮੀ ਹੋਵੇਗੀ ਕਿ ਸਿੱਖ ਜਿਹੜੇ ਆ ਗੁਰੂ ਨੂੰ ਛੱਡ ਕੇ ਤੁਰ ਗਏ ਨੇ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜੀਆਂ ਘਟਨਾਵਾਂ ਨੇ, ਕਈ ਵਾਰ ਲਿਖੀਆਂ ਜਾਂਦੀਆਂ ਨੇ, ਪਰ ਅਸੀਂ ਗੁਰਮਤ ਅਨੁਸਾਰ ਗੁਰੂ ਦੀ ਬਾਣੀ ਦੀ ਕਸਵੱਟੀ ਤੇ ਵੇਖੀਏ ਤੇ ਇਹ ਚੀਜ਼ਾਂ ਜਿਹੜੀਆਂ ਵਾ ਕਈ ਵਾਰ ਖਰੀਆਂ ਨਹੀਂ ਉਤਰਦੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਨੰਦਪੁਰ ਦੇ ਕਿਲੇ ਨੂੰ ਜੋ ਲਗਾਤਾਰ ਜਿਹੜਾ 7-8 ਮਹੀਨੇ ਜਿਹੜਾ ਉਹ ਘੇਰਾ ਪੈ ਚੁੱਕਾ ਹੈ। ਹੁਣ ਪਹਾੜੀ ਰਾਜਿਆਂ ਨੇ, ਔਰੰਗਜ਼ੇਬ ਵਰਗਿਆਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਕਿਹਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਰੁਈਏ ਵੀ ਆਉਂਦੇ ਨੇ ਰਿਪੋਰਟ ਲੈ ਕੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕਿਹਾ ਜਾਂਦਾ ਹੈ ਕਿ ਸਾਡੇ ਬਾਦਸ਼ਾਹ ਵੱਲੋਂ ਇਹ ਹੁਕਮ ਹੈ, ਸਾਡੇ ਬਾਦਸ਼ਾਹ ਵੱਲੋਂ ਇਹ ਕਿਹਾ ਗਿਆ ਹੈ ਕਿ ਤੁਸੀਂ ਇਹ ਆਨੰਦਪੁਰ ਦਾ ਜਿਹੜਾ ਕਿਲਾ ਹੈ ਉਹ ਖਾਲੀ ਕਰ ਦਿਓ, ਕਿ ਤੁਹਾਨੂੰ ਜਿਹੜਾ ਹੈ ਤੁਹਾਡੇ ਸਿੱਖਾਂ ਨੂੰ ਜ਼ਰਾ ਵੀ ਚੋਟ ਨਹੀਂ ਆਵੇਗੀ, ਤੁਹਾਡੇ ਸਿੱਖਾਂ ਤੇ ਕੋਈ ਵੀ ਕਸ਼ਟ ਉਹਨਾਂ ਨੂੰ ਦਿੱਤਾ ਨਹੀਂ ਜਾਵੇਗਾ, ਕੋਈ ਤਸੀਹਾ ਨਹੀਂ ਦਿੱਤਾ ਜਾਵੇਗਾ, ਕੋਈ ਵੀ ਉਹਨਾਂ ਤੇ ਜਿਹੜਾ ਉਹ ਵਾਰ ਨਹੀਂ ਕੀਤਾ ਜਾਵੇਗਾ। ਹੁਣ ਇਹ ਸੌਹਾਂ ਵੀ ਖਾਧੀਆਂ ਪਹਾੜੀ ਰਾਜਿਆਂ ਨੇ, ਬਾਦਸ਼ਾਹਾਂ ਨੇ ਸੌਹਾਂ ਖਾਧੀਆਂ ਨੇ ਕਿ ਤੁਹਾਡੇ ਸਿੱਖਾਂ ਨੂੰ ਕੁਝ ਵੀ ਨਹੀਂ ਕਿਹਾ ਜਾਵੇਗਾ। ਪਰ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਇਹ ਸੁਨੇਹਾ ਮਿਲਿਆ, ਪਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਿਰ ਵੀ ਉਹਨਾਂ ਦੀ ਪਰਖ ਲੈਣ ਵਾਸਤੇ, ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਜਾਣਦੇ ਸਨ ਇਹਨਾਂ ਦੀਆਂ ਨੀਤੀਆਂ ਨੂੰ, ਕਿਉਂਕਿ ਜਿਹੜੇ ਦੁਨੀਆ ਦੇ ਵਿੱਚ ਪਾਪੀ ਲੋਕ ਹੁੰਦੇ ਨੇ ਉਹਨਾਂ ਨੂੰ ਗੁਰਬਾਣੀ ਦੀ ਸਿੱਖਿਆ ਨਹੀਂ ਉਹਨਾਂ ਦੇ ਕੋਲ, ਸਤਿਗੁਰੂ ਦੀ ਬਾਣੀ ਨਹੀਂ ਉਹ ਪੜ੍ਹਦੇ, ਸਤਿਗੁਰੂ ਦੀ ਬਾਣੀ ਦੀ ਸਿੱਖਿਆ ਉਹਨਾਂ ਦੇ ਕੋਲ ਨਹੀਂ ਹੈ, ਤੇ ਉਹਨਾਂ ਦੀ ਨੀਤੀ ਜਿਹੜੀ ਹੈ ਉਹ ਵੀ ਕੋਈ ਬਹੁਤੀ ਚੰਗੀ ਨਹੀਂ ਹੋਵੇਗੀ। ਹੁਣ ਸਤਿਗੁਰੂ ਪਾਤਸ਼ਾਹ ਦੇ ਸਿੱਖਾਂ ਦੀ ਨੀਤੀ ਕਿਉਂ ਚੰਗੀ ਹੈ, ਉਹਨਾਂ ਦਾ ਜੀਵਨ ਕਿਉਂ ਚੰਗਾ ਹੈ? ਕਿਉਂਕਿ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਜੁੜੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਫਿਰ ਵੀ ਇਹਨਾਂ ਪਾਪੀਆਂ ਦੀਆਂ ਨੀਤੀਆਂ ਨੂੰ ਪਾਤਸ਼ਾਹ ਮਹਾਰਾਜ ਜੀ ਜਾਣਦੇ ਨੇ। ਸਤਿਗੁਰੂ ਮਹਾਰਾਜ ਜੀ ਨੇ ਉੱਥੇ ਆਨੰਦਪੁਰ ਦੇ ਕਿਲੇ ਤੋਂ ਬਾਹਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਾਤ ਦੇ ਵੇਲੇ, ਇਤਿਹਾਸਕਾਰ ਲਿਖਦੇ ਨੇ ਕਿ ਉਹਨਾਂ ਨੇ ਘੋੜਿਆਂ ਦੇ ਉੱਪਰ ਜਿਹੜਾ ਪੁਰਾਣਾ ਸਮਾਨ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਾਂ ਨੂੰ ਕਿਹਾ ਕਿ ਲੱਦ ਕਰਕੇ ਤੇ ਘੋੜਿਆਂ ਨੂੰ ਰਾਤ ਨੂੰ ਤੋੜ ਦਿਓ। ਮਹਾਰਾਜ ਉਹਨਾਂ ਦੀ ਨੀਤੀ ਵੇਖਣਾ ਚਾਹੁੰਦੇ ਸੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਾਪੀਆਂ ਦੀ ਨੀਤੀ ਵੇਖਣਾ ਚਾਹੁੰਦੇ ਸੀ ਕਿ ਇਹਨਾਂ ਦੀ ਨੀਤੀ ਕਿੱਦਾਂ ਦੀ ਹੈ, ਇਹਨਾਂ ਦੀ ਸੋਚ ਕਿੱਦਾਂ ਦੀ ਹੈ, ਆਪਣੀ ਗੱਲ ਤੋਂ ਮੁਕਰਦੇ ਆ ਕਿ ਨਹੀਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਤੇ ਸਿੱਖਾਂ ਨੇ ਰਾਤ ਵੇਲੇ ਘੋੜਿਆਂ ਤੇ ਪੁਰਾਣਾ ਫਟਿਆ ਜੋ ਸਮਾਨ ਹੈ ਨਾ ਉਹ ਲੱਦ ਕੇ ਘੋੜਿਆਂ ਨੂੰ ਬਾਹਰ ਤੋਰਿਆ ਹੈ। ਜਦੋਂ ਹੀ ਕਿਲੇ ਦੇ ਵਿੱਚੋਂ ਘੋੜੇ ਬਾਹਰ ਆਏ ਔਰ ਜਿਹੜੇ ਬਾਹਰ ਜਿਹੜੀਆਂ ਮੁਗਲ ਹਕੂਮਤਾਂ ਜਿਹੜੀਆਂ ਫੌਜਾਂ ਬਾਹਰ ਬੈਠੀਆਂ ਨੇ, ਉਹਨਾਂ ਫੌਜਾਂ ਨੇ ਉਸੇ ਵਕਤ ਹੀ ਉਹਨਾਂ ਤੇ ਹਮਲਾ ਕਰ ਦਿੱਤਾ ਹੈ। ਪਾਤਸ਼ਾਹ ਮਹਾਰਾਜ ਜੀ ਨੂੰ ਫੇਰ ਪਤਾ ਲੱਗਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਖੋ, ਉਹਨਾਂ ਨੂੰ ਪਤਾ ਸੀ ਕਿ ਇਹਨਾਂ ਦੀ ਨੀਤ ਇਹੋ ਜਿਹੀ ਹੈ, ਇਹਨਾਂ ਦੀ ਸੋਚ ਇਹੋ ਜਿਹੀ ਹੈ, ਇਹ ਸੌਹਾਂ ਖਾ ਕੇ ਵੀ ਮੁੱਕਰ ਜਾਣਗੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇਹ ਗੱਲ ਪਤਾ ਉਹਨਾਂ ਦੀ ਕਿਉਂ ਮੰਨੀ ਹੈ, ਤੁਸੀਂ ਧਿਆਨ ਦਿਓ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇਖੋ, ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੇ ਧਰਮਾਂ ਦਾ ਸਤਿਕਾਰ ਕਰਦੇ ਨੇ, ਕਿਉਂਕਿ ਪਾਤਸ਼ਾਹ ਮਹਾਰਾਜ ਨੇ ਕਿਸੇ ਦੀ ਕੋਈ ਨਿੰਦਿਆ, ਕਿਸੇ ਨੂੰ ਕੋਈ ਮਾੜਾ ਨਹੀਂ ਕਿਹਾ। ਮੈਂ ਪਹਿਲਾਂ ਵੀ ਇਤਿਹਾਸ ਵਿੱਚ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਮਹਾਰਾਜ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਗੁਰੂ ਸਾਹਿਬ ਜੀ ਤੇ ਸਗੋਂ ਦੁਨੀਆ ਦਾ ਸਰਬੱਤ ਦਾ ਹੀ ਭਲਾ ਚਾਹੁੰਦੇ ਨੇ, ਕਿਉਂਕਿ ਸਿਧਾਂਤ ਹੈ ਨਾ ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਿਧਾਂਤ ਹੈ ਨਾ।
ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਸਗੋਂ ਇਹ ਸਿਧਾਂਤ ਹੈ ਕਿ ਸਰਬੱਤ ਦਾ ਭਲਾ ਕਰਨਾ ਹੈ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਿਸੇ ਦਾ ਬੁਰਾ ਥੋੜੀ ਚਾਹਣਗੇ। ਮਹਾਰਾਜ ਜੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਹਨਾਂ ਦਾ ਮਹਾਰਾਜ ਧਰਮਾਂ ਦਾ ਉਹਨਾਂ ਦੇ ਸਤਿਕਾਰ ਕਰਦੇ ਨੇ, ਔਰ ਜਿਹੜੇ ਚਿੰਨ ਦੀ ਉਹਨਾਂ ਨੇ ਕਸਮ ਖਾਧੀ ਹੈ ਨਾ, ਜਿਹੜੇ ਚਿੰਨ ਦੀ ਉਹਨਾਂ ਨੇ ਸਹੁੰ ਖਾਧੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਕਰਕੇ ਉਹਨਾਂ ਦੇ ਉਸ ਧਾਰਮਿਕ ਚਿੰਨ ਨੂੰ, ਜਿਹੜਾ ਚਿੰਨ ਦਾ ਸਤਿਕਾਰ ਕਰਦੇ ਆ, ਪਾਤਸ਼ਾਹ ਜੀ ਨੇ ਉਹਨਾਂ ਦੀ ਇਹ ਗੱਲ ਮੰਨੀ ਸੀ ਕਿ ਅਸੀਂ ਅਨੰਦਪੁਰ ਦਾ ਕਿਲ੍ਹਾ ਖਾਲੀ ਕਰ ਦਿਆਂਗੇ। ਹੁਣ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕੋਲ, ਉਹਨਾਂ ਦੇ ਕੋਲ ਹੋਰ ਕੋਈ ਹੁਣ ਹੱਲ ਨਹੀਂ ਹੈ। ਪਾਤਸ਼ਾਹ ਮਹਾਰਾਜ ਜੀ ਨੇ ਪਹਿਲਾਂ ਦੀ ਨੀਤੀ ਵੇਖ ਲਈ ਹੈ ਕਿ ਇਹਨਾਂ ਨੇ ਸਾਡੇ ਤੇ ਹਮਲਾ ਕਰਨਾ ਹੈ, ਸਾਡਾ ਇਹਨਾਂ ਨੇ ਪਿੱਛਾ ਨਹੀਂ ਛੱਡਣਾ, ਇਹ ਸਿੱਖਾਂ ਨੂੰ ਵੀ ਮਾਰਨਗੇ, ਸਿੱਖਾਂ ਨੂੰ ਵੀ ਖਤਮ ਕਰਨਗੇ, ਪਾਤਸ਼ਾਹ ਜੀ ਨੂੰ ਪਤਾ ਹੈ। ਪਰ ਹੁਣ ਮਹਾਰਾਜ ਜੀ ਦੇ ਕੋਲ ਕੋਈ ਹੱਲ ਨਹੀਂ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕੀਤਾ ਹੈ ਕਿ ਅੱਜ ਦਾ ਜਿਹੜਾ ਦਿਨ ਹੈ ਜੀ 21 ਦਸੰਬਰ ਦਾ, ਇਤਿਹਾਸਕਾਰ ਲਿਖਦੇ ਨੇ ਅੱਜ ਦੇ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਨੰਦਪੁਰ ਦਾ ਕਿਲ੍ਹਾ ਖਾਲੀ ਕਰ ਦਿੱਤਾ ਸੀ। ਤੁਸੀਂ ਅੰਦਾਜ਼ਾ ਲਗਾਓ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਨੰਦਪੁਰ ਦਾ ਕਿਲ੍ਹਾ ਖਾਲੀ ਕਰਨ ਦਾ ਫੈਸਲਾ ਕੀਤਾ ਨਾ, ਤੁਸੀਂ ਅੰਦਾਜ਼ਾ ਲਗਾ ਕੇ ਵੇਖੋ ਜਿਹੜੇ ਪਾਪੀ ਨੇ, ਜਿਹੜੇ ਬਾਦਸ਼ਾਹ ਨੇ, ਉਹਨਾਂ ਦੇ ਮਨਾਂ ਵਿੱਚ ਕਿੰਨਾ ਚਾਅ ਤੇ ਕਿੰਨੀ ਖੁਸ਼ੀ ਆਈ ਹੋਵੇਗੀ। ਅਸੀਂ ਜੋ ਚਾਹੁੰਦੇ ਸੀ ਅੱਜ ਉਹ ਹੋਣ ਲੱਗਾ ਹੈ ਕਿ ਅਸੀਂ ਆਨੰਦਪੁਰ ਸ਼ਹਿਰ ਦੇ ਵਿੱਚ ਆਪਣਾ ਰਾਜ ਕਰਨਾ ਹੈ, ਅਸੀਂ ਆਨੰਦਪੁਰ ਕਿਲ੍ਹੇ ਵਿੱਚ ਆਪਣਾ ਰਾਜ ਕਰਨਾ ਹੈ, ਸਾਡਾ ਦਰਬਾਰ ਹੋਵੇਗਾ। ਅਸੀਂ ਰਾਜੇ ਮਹਾਰਾਜੇ ਚਾਹੁੰਦੇ ਸੀ ਅਸੀਂ ਬੈਠਾਂਗੇ, ਸਾਡਾ ਦਰਬਾਰ ਹੋਵੇਗਾ, ਸਾਡੇ ਸਿਪਾਹੀ ਹੋਣਗੇ, ਸਾਡੀਆਂ ਫੌਜਾਂ ਹੋਣਗੀਆਂ। ਤਾਂ ਆਨੰਦਪੁਰ ਦਾ ਕਿਲ੍ਹਾ ਖਾਲੀ ਕਰਵਾਇਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਫੈਸਲਾ ਕਰ ਲਿਆ ਹੈ। 20 ਦਸੰਬਰ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫੈਸਲਾ ਕੀਤਾ, ਔਰ ਗੁਰੂ ਪਾਤਸ਼ਾਹ ਮਹਾਰਾਜ ਜੀ 21 ਦਸੰਬਰ ਨੂੰ ਰਾਤ ਵੇਲੇ, ਸ਼ਾਮ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਨੰਦਪੁਰ ਦਾ ਕਿਲ੍ਹਾ ਖਾਲੀ ਕਰਦੇ ਨੇ। ਧਿਆਨ ਦਿਓ, ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਪਤਾ ਹੈ ਨਾ ਕਿ ਅਸੀਂ 21 ਤਰੀਕ ਨੂੰ ਜਾਣੇ ਕਿ 20 ਦਸੰਬਰ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਰਾਤ ਨੂੰ ਪਤਾ ਹੈ ਕਿ ਅਸੀਂ ਸਵੇਰੇ ਕਿਲ੍ਹਾ ਖਾਲੀ ਕਰ ਦੇਣਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਨੰਦਪੁਰ ਦੇ ਕਿਲ੍ਹੇ ਨੂੰ ਆਪ ਆਪਣੇ ਅੱਖੀਂ ਵੇਖ ਰਹੇ ਨੇ, ਆਨੰਦਪੁਰ ਦੇ ਕਿਲ੍ਹੇ ਨੂੰ ਵੇਖ ਰਹੇ ਨੇ, ਕਿਉਂਕਿ ਯਾਦਾਂ ਹੈ ਨਾ ਆਨੰਦਪੁਰ ਦੇ ਨਾਲ, ਕਈ ਯਾਦਾਂ ਜੁੜੀਆਂ ਨੇ। ਧਿਆਨ ਦਿਓ, ਅਸੀਂ ਆਪਣਾ ਘਰ 2-3 ਦਿਨ, ਬੱਚਿਓ 2-3 ਦਿਨ ਛੱਡੀਏ ਨਾ ਕਿਤੇ, ਤੇ ਮਨ ਵਿੱਚ ਹੁੰਦਾ ਹੈ ਕਿ ਅਸੀਂ ਆਪਣੇ ਘਰ ਵਾਪਸ ਜਾਈਏ। ਮੈਂ ਕਈ ਵਾਰ ਮੈਨੇ ਕਰਦਾ ਹੁੰਦਾ ਹੈ ਕਿ ਬੱਚਾ ਕਿਤੇ ਸਕੂਲ ਤੋਂ ਹੀ ਕਈ ਵਾਰ ਲੇਟ ਹੋ ਜਾਵੇ ਨਾ, ਤੇ ਮਾਂ-ਬਾਪ ਗੱਡੀ ਵਾਲੇ ਨੂੰ ਫੋਨ ਕਰਦੇ ਨੇ, ਟੀਚਰਾਂ ਨੂੰ ਫੋਨ ਕੀਤਾ ਜਾਂਦਾ, ਸਾਡਾ ਬੱਚਾ ਸਾਡੇ ਘਰ ਕਿਉਂ ਨਹੀਂ ਆਇਆ। ਫਿਕਰ ਹੁੰਦੀ ਹੈ ਕਿ ਉਹਦਾ ਇਹ ਘਰ ਸੀ ਤੇ ਇਸ ਘਰ ਵਿੱਚ ਕਿਉਂ ਨਹੀਂ ਪਹੁੰਚਿਆ। ਮਤਲਬ ਘਰ ਤੋਂ ਦੂਰ ਮਨੁੱਖ ਜਾ ਕੇ ਕੋਈ ਖੁਸ਼ ਨਹੀਂ ਹੈ, ਕਿਉਂਕਿ ਘਰ ਦੇ ਨਾਲ ਕਈ ਯਾਦਾਂ ਜਿਹੜੀਆਂ ਉਹ ਜੁੜੀਆਂ ਹੁੰਦੀਆਂ ਨੇ। ਧਿਆਨ ਦਿਓ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਹੁਣ ਉਹਨਾਂ ਦੀਆਂ ਤੇ ਆਨੰਦਪੁਰ ਦੇ ਵਿੱਚ ਯਾਦਾਂ ਹੀ ਕਈ ਜੁੜੀਆਂ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀਆਂ ਯਾਦਾਂ, ਉਸੇ ਆਨੰਦਪੁਰ ਦੇ ਵਿੱਚ ਪਾਤਸ਼ਾਹ ਮਹਾਰਾਜ ਜੀ ਨੇ ਖੰਡੇ ਬਾਟੇ ਕੀ ਪਹੁਲ ਛਕਾਈ। ਉਸੇ ਆਨੰਦਪੁਰ ਦੇ ਵਿੱਚ ਭਾਈ ਜੈਤਾ ਸਿੰਘ ਜੀ ਦਿੱਲੀੋਂ ਸੀਸ ਲੈ ਕੇ ਆਏ। ਉਸੇ ਆਨੰਦਪੁਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀਆਂ ਕਈ ਯਾਦਾਂ ਰੱਖੀਆਂ ਨੇ। ਹੁਣ ਕਈ ਯਾਦਾਂ ਆਨੰਦਪੁਰ ਦੇ ਨਾਲ ਜੁੜੀਆਂ, ਤੇ ਪਾਤਸ਼ਾਹ 20 ਦਸੰਬਰ ਨੂੰ ਰਾਤ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਨੰਦਪੁਰ ਨੂੰ ਵੇਖ ਰਹੇ ਨੇ ਆਪਣੀਆਂ ਅੱਖਾਂ ਦੇ ਨਾਲ, ਤੇ ਕਿਲ੍ਹੇ ਦੇ ਵਿੱਚ ਤੁਰ ਫਿਰ ਰਹੇ ਨੇ। ਪਾਤਸ਼ਾਹ ਜੀ ਉਸ ਜਗ੍ਹਾ ਤੇ ਚਲੇ ਗਏ ਨੇ, ਕਿਲ੍ਹੇ ਦੇ ਵਿੱਚ ਹੀ ਉਹ ਜਗ੍ਹਾ ਬਣੀ ਹੈ, ਜਿਸ ਕਿਲ੍ਹੇ ਦੇ ਵਿੱਚ ਉਹ ਜਗ੍ਹਾ ਬਣੀ ਹੈ ਜਿਸ ਜਗ੍ਹਾ ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਸੀਸ ਭਾਈ ਜੈਤਾ ਜੀ ਨੇ ਦਿੱਲੀੋਂ ਲਿਆਣ ਕਰਕੇ ਰੱਖਿਆ ਸੀ। ਹੁਣ ਉਸ ਜਗ੍ਹਾ ਤੇ ਇਤਿਹਾਸਕਾਰ ਲਿਖਦੇ ਨੇ, ਉਸ ਜਗ੍ਹਾ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਰੋਜ਼ ਆਪਣੇ ਪਿਤਾ ਨੂੰ ਬੈਠ ਕੇ ਯਾਦ ਕਰਿਆ ਕਰਦੇ ਸੀ। ਹੁਣ ਇੱਥੇ ਇਹ ਨਹੀਂ ਹੈ ਕਿ ਦੁਨੀਆ ਦੇ ਵਿੱਚ ਜਿਵੇਂ ਅੱਜ ਮੁਰਦਿਆਂ ਦੀਆਂ ਕਬਰਾਂ ਨੂੰ ਪੂਜਿਆ ਜਾਂਦਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਸਿਧਾਂਤ ਇਹ ਨਹੀਂ। ਪਾਤਸ਼ਾਹ ਮਹਾਰਾਜ ਜੀ ਉਸ ਜਗ੍ਹਾ ਤੇ ਬੈਠ ਕੇ ਸਿਰਫ ਰੱਬ ਦੀ ਬੰਦਗੀ ਤੇ ਆਪਣੇ ਪਿਤਾ ਨੂੰ ਯਾਦ ਕਰਿਆ ਕਰਦੇ ਸਨ, ਕਿਉਂਕਿ ਜਿਸ ਧਰਤੀ ਤੇ ਸ਼ਹੀਦਾਂ ਦਾ ਖੂਨ ਡੁੱਲਦਾ ਹੈ, ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਦੀਆਂ ਰਹਿੰਦੀਆਂ ਨੇ। ਉੱਥੇ ਸੂਰਮੇ ਪੈਦਾ ਹੁੰਦੇ ਨੇ ਉਸ ਜਗ੍ਹਾ ਤੇ, ਉਸ ਧਰਤੀ ਤੇ ਜਿਸ ਧਰਤੀ ਤੇ ਸ਼ਹੀਦਾਂ ਦਾ ਖੂਨ ਡੁੱਲਿਆ ਹੋਵੇ। ਹੁਣ ਤਾਂ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ 20 ਦਸੰਬਰ ਨੂੰ ਰਾਤ ਨੂੰ
ਪਾਤਸ਼ਾਹ ਜੀ ਆਪਣੇ ਪਿਤਾ ਦੀ ਉਸ ਜਗ੍ਹਾ ਤੇ ਬੈਠੇ ਨੇ ਜਿੱਥੇ ਪਿਤਾ ਜੀ ਦਾ ਸੀਸ ਭਾਈ ਜੈਤੇ ਨੇ ਲਿਆਣ ਕੇ ਰੱਖਿਆ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਵੇਖ ਰਹੇ ਨੇ। ਪਤਾ ਲੱਗਾ ਆਨੰਦਪੁਰ ਦੇ ਹੋਰ ਜਿੰਨੇ ਲੋਕ ਸੀ ਨਾ ਉੱਥੇ ਨਗਰ ਦੇ ਵਿੱਚ ਵਸਦੇ ਨੇ, ਉਹਨਾਂ ਨੂੰ ਵੀ ਪਤਾ ਲੱਗਾ ਕਿ ਗੁਰੂ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਆਨੰਦਪੁਰ ਦਾ ਕਿਲ੍ਹਾ ਖਾਲੀ ਕਰਕੇ ਚਲੇ ਜਾਣਾ ਹੈ। ਇਤਿਹਾਸ ਦੇ ਵਿੱਚ ਨਾਮ ਆਉਂਦਾ ਹੈ ਭਾਈ ਗੁਰਬਖਸ਼ ਸਿੰਘ ਦਾ ਨਾਮ ਆਉਂਦਾ ਹੈ ਜੀ। ਭਾਈ ਗੁਰਬਖਸ਼ ਸਿੰਘ ਜੀ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਸਾਡਾ ਤੇ ਹੁਣ ਸਮਾਂ ਆ ਗਿਆ ਹੈ, ਅਸੀਂ ਤੇ ਇਹ ਆਨੰਦਪੁਰ ਦਾ ਜਿਹੜਾ ਕਿਲ੍ਹਾ ਹੈ ਉਹ ਖਾਲੀ ਕਰਕੇ ਹੁਣ ਤੁਰ ਜਾਣਾ ਹੈ ਤੇ ਤੁਸੀਂ ਕੋਸ਼ਿਸ਼ ਕਰਨੀ ਹੈ ਇਸ ਆਨੰਦਪੁਰ ਦੇ ਕਿਲ੍ਹੇ ਨੂੰ, ਜੇ ਵੈਰੀਆਂ ਨੇ ਹਾਕਮਾਂ ਨੇ ਇਸ ਆਨੰਦਪੁਰ ਦੇ ਕਿਲ੍ਹੇ ਨੂੰ ਖਤਮ ਨਾ ਕੀਤਾ ਤੇ ਤੁਸੀਂ ਇੱਥੋਂ ਦੀਆਂ ਯਾਦਾਂ ਸੰਭਾਲ ਕੇ ਰੱਖਣੀਆਂ। ਭਾਈ ਗੁਰਬਖਸ਼ ਸਿੰਘ ਨੂੰ ਕਹਿੰਦੇ, ਇਸ ਜਗ੍ਹਾ ਤੇ ਜਿਸ ਜਗ੍ਹਾ ਤੇ ਬੈਠ ਕੇ ਅਸੀਂ ਆਪਣੇ ਪਿਤਾ ਨੂੰ ਰੋਜ਼ ਯਾਦ ਕਰਦੇ ਰਹੇ ਹਾਂ, ਤੁਸੀਂ ਇਸੇ ਜਗ੍ਹਾ ਤੇ ਬੈਠ ਕੇ ਗੁਰਬਾਣੀ ਪੜ੍ਹਿਆ ਕਰਨੀ ਹੈ, ਰੱਬ ਦੀ ਬੰਦਗੀ ਕਰਿਆ ਕਰਨੀ ਜੇ ਆਨੰਦਪੁਰ ਦਾ ਕਿਲ੍ਹਾ ਵਸਦਾ ਰਿਹਾ ਤੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿਣ ਲੱਗੇ। ਭਾਈ ਗੁਰਬਖਸ਼ ਸਿੰਘ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਨੂੰ ਮੰਨ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਇਹ ਤੇਰੀ ਰਹਿਮਤ ਹੁੰਦੀ ਰਵੇ, ਤੇਰੀ ਕਿਰਪਾ ਹੁੰਦੀ ਰਵੇ ਤੇ ਅਸੀਂ ਤੁਹਾਡੇ ਪਿਤਾ ਨੂੰ ਤੁਹਾਨੂੰ ਇਸੇ ਤਰੀਕੇ ਨਾਲ ਇਸ ਜਗ੍ਹਾ ਤੇ ਬੈਠ ਕੇ ਯਾਦ ਕਰਦੇ ਰਵਾਂਗੇ। ਭਾਈ ਗੁਰਬਖਸ਼ ਸਿੰਘ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਇੱਕ ਸਵਾਲ ਪੁੱਛਿਆ ਹੈ। ਭਾਈ ਗੁਰਬਖਸ਼ ਸਿੰਘ ਜੀ ਕਹਿਣ ਲੱਗੇ, ਪਾਤਸ਼ਾਹ ਤੁਸੀਂ ਸੁਣਿਆ ਹੈ ਤੁਸੀਂ ਵੀ ਚਲੇ ਜਾਣਾ ਹੈ, ਆਨੰਦਪੁਰ ਦਾ ਕਿਲ੍ਹਾ ਖਾਲੀ ਕਰ ਦੇਣਾ, ਤੁਹਾਡੇ ਸਿੱਖ ਵੀ ਚਲੇ ਜਾਣੇ ਔਰ ਤੁਹਾਡੇ ਜਿਹੜੇ ਪੁੱਤਰ ਨੇ ਸਾਹਿਬਜ਼ਾਦੇ ਨੇ ਉਹ ਵੀ, ਤੁਹਾਡਾ ਸਾਰਾ ਪਰਿਵਾਰ ਹੀ ਚਲੇ ਜਾਣਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮੈਨੂੰ ਇਹ ਦੱਸ ਦਿਓ ਮੈਂ ਤੁਹਾਡੇ ਦਰਸ਼ਨ ਕਿਵੇਂ ਕਰਿਆ ਕਰਾਂਗਾ, ਕਿਉਂਕਿ ਮਹਾਰਾਜ ਤੁਸੀਂ ਤੇ ਚਲੇ ਜਾਣਾ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਜਦੋਂ ਵੀ ਭਾਈ ਗੁਰਬਖਸ਼ ਸਿੰਘ ਜੀ ਤੂੰ ਸਾਡੇ ਦਰਸ਼ਨ ਕਰਨੇ ਨੇ, ਤੁਸੀਂ ਵੀ ਜਦੋਂ ਸਾਡੇ ਦਰਸ਼ਨ ਕਰਨਾ ਚਾਹੁੰਦੇ ਹੋਗੇ ਤੇ ਸ਼ੀਸ਼ੇ ਦੇ ਅੱਗੇ ਖਲੋ ਕਰਕੇ ਸਿੱਖੀ ਸਰੂਪ ਨੂੰ ਵੇਖ ਲਿਓ ਤੇ ਸਿੱਖੀ ਸਰੂਪ ਦੇ ਵਿੱਚੋਂ ਹੀ ਸਾਡੇ ਤੁਹਾਨੂੰ ਦਰਸ਼ਨ ਹੋ ਜਾਣਗੇ। ਇਹ ਕਿੰਨੀ ਵੱਡੀ ਗੱਲ। ਇਹਦਾ ਕਹਿਣ ਦਾ ਭਾਵ ਇਹ ਹੈ ਕਿ ਗੁਰੂ ਮਹਾਰਾਜ ਸਿੱਖਾਂ ਨੂੰ ਅੱਜ ਵੀ ਕਹਿ ਰਹੇ ਨੇ ਕਿ ਸਾਬਤ ਸੂਰਤ ਦਸਤਾਰ ਸਿਰਾ। ਮਹਾਰਾਜ ਉਦੋਂ ਵੀ ਕਹਿੰਦੇ ਸੀ ਕਿ ਸਿੱਖੀ ਸਰੂਪ ਦੇ ਵਿੱਚ ਕੰਡੇ ਬਾਟੇ ਕੀ ਪੌਲ ਚਾ ਕੇ ਸਿੱਖੀ ਸਰੂਪ ਦੇ ਵਿੱਚ ਆ ਜਾਓ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਦੋਂ ਆਨੰਦਪੁਰ ਦਾ ਹੁਣ ਕਿਲ੍ਹਾ ਖਾਲੀ ਕਰਨ ਲੱਗੇ ਨੇ 21 ਦਸੰਬਰ ਨੂੰ, ਅੱਜ ਦੇ ਦਿਨ ਸ਼ਾਮ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਨੰਦਪੁਰ ਦਾ ਕਿਲ੍ਹਾ ਖਾਲੀ ਕਰ ਦਿੱਤਾ ਹੈ। ਉਸ ਤੋਂ ਬਾਅਦ ਹੁਣ ਮਹਾਰਾਜ ਜੀ ਨੇ ਡਿਊਟੀਆਂ ਲਗਾ ਦਿੱਤੀਆਂ। ਭਾਈ ਬਾਬਾ ਅਜੀਤ ਸਿੰਘ ਜੀ ਦੀ ਡਿਊਟੀ ਲਗਾਤੀ, ਬਾਬਾ ਜੁਝਾਰ ਸਿੰਘ ਜੀ ਦੀ ਡਿਊਟੀ ਲੱਗ ਗਈ ਹੈ ਜੀ, ਵੱਡੇ ਸਾਹਿਬਜ਼ਾਦਿਆਂ ਦੀ ਡਿਊਟੀ ਲੱਗ ਗਈ, ਹੋਰ ਗੁਰੂ ਕੈ ਸਿੱਖਾਂ ਭਾਈ ਬਚਿੱਤਰ ਸਿੰਘ ਦੀ ਡਿਊਟੀ ਲੱਗ ਗਈ ਹੈ, ਭਾਈ ਉਦੇ ਸਿੰਘ ਜੀ ਦੀ ਡਿਊਟੀ ਲੱਗ ਗਈ ਕਿ ਫੌਜਾਂ ਨੂੰ ਇਹ ਜਿਹੜੀਆਂ ਗੁਰੂ ਕੇ ਸਿੱਖਾਂ ਦੇ ਜਥੇ ਨੇ ਜਿਹੜੇ ਆ ਇਹਨਾਂ ਦੇ ਨਾਲ ਤੁਸੀਂ ਰਹਿਣਾ ਹੈ, ਆਪ ਇਹਨਾਂ ਦੇ ਨਾਲ ਜੇ ਵੈਰੀ ਹਮਲਾ ਕਰਨਗੇ ਤੇ ਤੁਸੀਂ ਸਾਰਾ ਜਿਹੜਾ ਉੱਥੇ ਇਹਨਾਂ ਦੀ ਰੱਖਿਆ ਕਰਨੀ ਹੈ। ਹੁਣ ਸਾਰੀ ਇਹ ਜ਼ਿੰਮੇਵਾਰੀ ਗੁਰੂ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ, ਆਪਣੇ ਸਾਹਿਬਜ਼ਾਦਿਆਂ ਨੂੰ, ਵੱਡੇ ਸਾਹਿਬਜ਼ਾਦਿਆਂ ਨੂੰ, ਕਿਉਂਕਿ ਵਿਸ਼ਾ ਸੀ ਨਾ ਕਿ ਉਹਨਾਂ ਦੇ ਜੀਵਨ ਬਾਰੇ, ਵੱਡੇ ਸਾਹਿਬਜ਼ਾਦਿਆਂ ਦੇ ਜੀਵਨ ਬਾਰੇ ਆਪਾਂ ਜਿਹੜੀ ਇਹ ਗੱਲਬਾਤ ਕਰਨੀ ਸੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਵੇਖੋ ਹੁਣ ਜ਼ਿੰਮੇਵਾਰੀ ਦੇ ਦਿੱਤੀ ਹੈ ਕਿ ਤੁਸੀਂ ਜਦੋਂ ਵੀ ਮੁਗਲ ਹਕੂਮਤਾਂ ਨੇ ਕਿਤੇ ਹਮਲਾ ਕੀਤਾ ਤੇ ਤੁਸੀਂ ਆਪ ਵੈਰੀਆਂ ਦੇ ਨਾਲ ਡਟ ਕੇ ਮੁਕਾਬਲਾ ਕਰਨਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਪੁੱਤਰਾਂ ਦੀ ਲਿਆਕਤ ਨੂੰ ਵੇਖਦੇ ਨੇ, ਆਪਣੇ ਪੁੱਤਰਾਂ ਦੀ ਗੁਣਾਂ ਨੂੰ ਵੇਖਦੇ ਨੇ ਔਰ ਆਪਣੇ ਪੁੱਤਰਾਂ ਦੇ ਜਿਹੜੇ ਉਹਨਾਂ ਨੇ ਸਤਿਗੁਰੂ ਦੇ ਘਰ ਦੇ ਵਿੱਚੋਂ ਸਿੱਖਿਆਵਾਂ ਪ੍ਰਾਪਤ ਕੀਤੀਆਂ। ਮਹਾਰਾਜ ਜੀ ਨੂੰ ਪਤਾ ਹੈ ਕਿ ਸਾਡੇ ਪੁੱਤਰ ਤੇ ਜਿਹੜੇ ਇੱਥੋਂ ਦੇ ਹੋਰ ਗੁਰੂ ਕੇ ਸਿੱਖ ਨੇ ਇਹ ਇਸ ਲਿਆਕਤ ਦੇ ਮਾਲਕ ਨੇ, ਤੇ ਮਹਾਰਾਜ ਨੇ ਤਾਂ ਹੀ ਡਿਊਟੀਆਂ ਲਗਾ ਦਿੱਤੀਆਂ ਕਿ ਜਦੋਂ ਵੀ ਕਿਤੇ ਫੌਜਾਂ ਹਮਲਾ ਕਰਨਗੀਆਂ, ਕਿਉਂਕਿ ਆਨੰਦਪੁਰ ਦਾ ਕਿਲ੍ਹਾ ਅਸੀਂ ਖਾਲੀ ਹੁਣ ਕਰ ਦਿੱਤਾ ਹੈ ਤੇ ਰਸਤੇ ਦੇ ਵਿੱਚ ਤੁਰੇ ਜਾਵਾਂਗੇ ਤੇ ਕੋਈ ਪਤਾ ਨਹੀਂ ਹੈ ਕਿਹੜੇ ਵੇਲੇ ਫੌਜਾਂ ਨੇ ਹਮਲਾ ਕਰਨਾ ਹੈ ਤੇ ਤੁਸੀਂ ਡਟ ਕੇ ਵੈਰੀਆਂ ਦੇ ਨਾਲ ਮੁਕਾਬਲਾ ਕਰਨਾ ਹੈ। ਸਤਿਗੁਰੂ ਪਾਤਸ਼ਾਹ ਹੋਇਆ ਏਦਾਂ ਹੀ ਹੈ। ਗੁਰੂ ਮਹਾਰਾਜ ਜਦੋਂ ਸਰਸਾ ਨਦੀ ਦੇ ਕੰਢੇ ਤੇ, ਉੱਥੇ ਇਤਿਹਾਸਕਾਰ ਲਿਖਦੇ ਨੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੇ ਮੁਗਲ ਹਕੂਮਤਾਂ ਨੇ, ਫੌਜਾਂ ਨੇ ਆਨ ਹਮਲਾ ਕੀਤਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿੱਖ ਤੇ ਔਰ ਗੁਰੂ ਮਹਾਰਾਜ ਜੀ ਤੇ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਔਰ ਭਾਈ ਉਦੇ ਸਿੰਘ ਜੀ ਦਾ ਜ਼ਿਕਰ ਆਉਂਦਾ ਹੈ, ਬਚਿੱਤਰ ਸਿੰਘ ਜੀ ਦਾ ਜ਼ਿਕਰ ਆਉਂਦਾ ਹੈ।
ਇਹਨਾਂ ਗੁਰੂ ਕਿਆਂ ਸਿੱਖਾਂ ਨੇ ਜਿਹੜੀਆਂ ਫੌਜਾਂ ਹਮਲਾ ਕਰਨ ਵਾਸਤੇ ਸਰਸਾ ਨਦੀ ਤੇ ਕੰਢੇ ਤੇ ਆ ਗਈਆਂ ਫੌਜਾਂ ਤੇ ਗੁਰੂ ਕਿਆਂ ਸਿੱਖਾਂ ਤੇ ਹਮਲਾ ਕੀਤਾ ਔਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਿੱਖ ਤੇ ਉਹਨਾਂ ਦੇ ਸਾਹਿਬਜ਼ਾਦੇ ਉਹਨਾਂ ਦੇ ਨਾਲ ਡਟ ਕੇ ਮੁਕਾਬਲਾ ਕਰਦੇ ਨੇ। ਸਰਸਾ ਨਦੀ ਤੇ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਹੈ ਉਹ ਪਰਿਵਾਰ ਦਾ ਜਿਹੜਾ ਵਿਛੋੜਾ ਹੁੰਦਾ ਹੈ। ਮੈਂ ਇੱਥੇ ਇੱਕ ਹੋਰ ਬੇਨਤੀ ਕਰਦੇ ਹਾਂ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜੋ ਪਰਿਵਾਰ ਦਾ ਵਿਛੋੜਾ ਹੁੰਦਾ ਹੈ ਨਾ, ਉਹਦੇ ਕੁਝ ਕਾਰਨ ਨੇ। ਕਿਉਂਕਿ ਜਿਹੜੀ ਸਰਸਾ ਨਦੀ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਿੱਖਾਂ ਨੇ ਔਰ ਗੁਰੂ ਮਹਾਰਾਜ ਜੀ ਨੇ ਆਪ ਪਾਰ ਕਰਨਾ ਹੈ ਨਾ, ਇੱਕ ਤੇ ਉੱਥੇ ਪਹਿਲਾ ਕਾਰਨ ਇਹ ਹੈ ਕਿ ਇੱਕ ਤੇ ਉੱਥੇ ਜਥਿਆਂ ਨੇ ਜਿਹੜਾ ਫੌਜਾਂ ਨੇ ਮੁਗਲ ਹਕੂਮਤਾਂ ਨੇ ਆਣ ਹਮਲਾ ਕੀਤਾ। ਦੂਜਾ ਕਾਰਨ ਮੀਂਹ ਦਾ ਵੀ ਬਾਰਿਸ਼ ਵੀ ਹੋ ਰਹੀ ਹੈ। ਤੀਜਾ ਕਾਰਨ ਹੈ ਕਿ ਬਾਰਿਸ਼ ਪੈਣ ਕਰਕੇ ਸਰਸਾ ਨਦੀ ਦਾ ਪਾਣੀ ਜਿਹੜਾ ਬਹੁਤ ਚੜ ਗਿਆ ਹੈ। ਇਹ ਤਿੰਨ ਕਾਰਨ ਹੈ। ਤਿੰਨਾਂ ਕਾਰਨਾਂ ਕਰਕੇ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਪਰਿਵਾਰ ਦਾ ਵਿਛੋੜਾ ਸਰਸਾ ਨਦੀ ਦੇ ਕੰਢੇ ਤੇ ਹੁੰਦਾ ਹੈ। ਮੇਰਾ ਖਿਆਲ ਹੈ ਜੇ ਇਹ ਤਿੰਨੇ ਕਾਰਨ ਇਹ ਨਾ ਵਾਪਰਦੇ ਤੇ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਹੀ ਕੁਝ ਹੋਰ ਹੁੰਦਾ। ਸੋ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਾਹਿਬਜ਼ਾਦੇ ਔਰ ਉਹਨਾਂ ਦੇ ਜਿਹੜੇ ਗੁਰੂ ਕੇ ਉਹਨਾਂ ਦੇ ਜਿਹੜੇ ਪਿਆਰੇ ਸਿੱਖ ਨੇ ਉਹ ਕਦੀ ਵੀ ਡੋਲੇ ਨਹੀਂ, ਭਾਵੇਂ ਕਿੰਨੀਆਂ ਔਂਕੜਾਂ ਕਿੰਨੇ ਕਸ਼ਟ ਉਹਨਾਂ ਨੂੰ ਝੱਲਣੇ ਪਏ ਨੇ। ਤੁਸੀਂ ਅੰਦਾਜ਼ਾ ਲਗਾਓ ਠੰਡ ਵੀ ਕਿੰਨੀ ਹੈ। ਠੰਡ ਦੇ ਦਿਨਾਂ ਦੇ ਵਿੱਚ ਘਰ ਛੱਡਣਾ, ਠੰਡ ਦੇ ਦਿਨਾਂ ਦੇ ਵਿੱਚ ਕਿਲੇ ਨੂੰ ਛੱਡਣਾ, ਠੰਡ ਦੇ ਦਿਨਾਂ ਵਿੱਚ ਸਫ਼ਰ ਕਰਨਾ ਗੁਰੂ ਸਾਹਿਬਾਨ ਔਰ ਗੁਰੂ ਕੇ ਸਿੱਖਾਂ ਵਾਸਤੇ ਕਿੰਨਾ ਔਖਾ ਹੋਵੇਗਾ। ਪਰ ਮਹਾਰਾਜ ਔਰ ਉਹਨਾਂ ਦੇ ਗੁਰੂ ਦੇ ਸਿੱਖ ਪਾਤਸ਼ਾਹ ਮਹਾਰਾਜ ਜੀ ਕਦੀ ਨਹੀਂ ਸੀ ਡੋਲੇ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਨੰਦਪੁਰ ਦਾ ਕਿਲ੍ਹਾ ਖਾਲੀ ਕੀਤਾ। ਮਹਾਰਾਜ ਜੀ ਨੂੰ ਕੋਈ ਅਫਸੋਸ ਨਹੀਂ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਨੂੰ ਕੋਈ ਅਫਸੋਸ ਨਹੀਂ, ਕੋਈ ਦੁੱਖ ਨਹੀਂ ਹੈ। ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਕਿਲ੍ਹਾ ਤਾਂ ਛੱਡਿਆ ਕਿਉਂਕਿ ਸਾਡੇ ਘਰਾਂ ਨੂੰ ਉਹ ਵਸਾਉਣਾ ਚਾਹੁੰਦੇ ਸੀ। ਸਾਧ ਸੰਗਤ ਜੀ, ਸਾਡੇ ਘਰ ਉਹਨਾਂ ਨੇ ਵਸਾ ਕੇ ਆਪਣਾ ਵੇਖੋ ਕਿਲ੍ਹਾ ਆਪਣਾ ਘਰ ਵੀ ਉਹਨਾਂ ਨੇ ਕਿਹਾ ਪੰਥ ਵਸੈ ਮੈਂ ਉਜੜਾ, ਪੰਥ ਵਸਣਾ ਚਾਹੀਦਾ ਸੀ। ਉਹਦੇ ਪੰਥ ਨੂੰ ਵਸਾਉਣਾ ਚਾਹੁੰਦੇ ਸੀ। ਭਾਵੇਂ ਵੇਖੋ ਆਪਣਾ ਪਰਿਵਾਰ ਵੀ ਉਹਨਾਂ ਨੇ ਵਾਰ ਦਿੱਤਾ, ਆਪਣੇ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਵੀ ਦੁਨੀਆ ਚੋਂ ਵਾਰ ਦਿੱਤੇ, ਪਰ ਸਾਨੂੰ ਸਾਡੇ ਘਰ ਉਹਨਾਂ ਨੇ ਵਸਾਏ ਨੇ। ਮੈਂ ਇੱਥੇ ਇੱਕ ਬੇਨਤੀ ਹੋਰ ਮੈਂ ਗੁਰਬਾਣੀ ਦੇ ਅਨੁਸਾਰ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਕਿਲ੍ਹਾ ਖਾਲੀ ਕੀਤਾ। ਰਸਤੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਭਾਈ ਦਇਆ ਸਿੰਘ ਜੀ ਪੁੱਛਦੇ ਨੇ, ਮਹਾਰਾਜ ਇਹ ਕਿਲ੍ਹਾ ਕਿਉਂ ਆਪਾਂ ਖਾਲੀ ਕਰ ਦਿੱਤਾ? ਸੱਚੇ ਪਾਤਸ਼ਾਹ ਇਹ ਕਿਲ੍ਹਾ ਕਿਉਂ ਖਾਲੀ ਕਰ ਦਿੱਤਾ? ਆਪਾਂ ਤੇ ਵੈਰੀਆਂ ਦੇ ਨਾਲ ਡਟ ਕੇ ਮੁਕਾਬਲਾ ਕਰ ਸਕਦੇ ਹਾਂ, ਕਰ ਲਈਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਗੁਣਾਂ ਦੇ ਮਾਲਕ ਨੇ। ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਹ ਕਿਲ੍ਹਾ ਅਸੀਂ ਤਾਂ ਖਾਲੀ ਕੀਤਾ ਹੈ ਕਿ ਆਉਣ ਵਾਲੇ ਸਿੱਖਾਂ ਦੇ ਅਸੀਂ ਆਪਣੇ ਆਪ ਘਰ ਵਸਾਉਣਾ ਚਾਹੁੰਦੇ। ਆਉਣ ਵਾਲੇ ਸਿੱਖਾਂ ਦੇ ਘਰ ਜਿਹੜੇ ਆ ਉਹ ਕਿਲੇ ਹੋਣਗੇ, ਗੁਰਦੁਆਰੇ ਕਿਲੇ ਹੋਣਗੇ। ਕਹਿਣ ਦਾ ਭਾਵ ਪਤਾ ਕੀ ਸੀ ਕਿ ਜੇ ਆਨੰਦਪੁਰ ਦੇ ਵਿੱਚ ਸਾਹਿਬਜ਼ਾਦੇ ਵਸਦੇ ਨੇ, ਗੁਰੂ ਕੇ ਸਿੱਖ ਵਸਦੇ ਨੇ, ਤੇ ਦੁਨੀਆ ਦੇ ਵਿੱਚ ਹਰ ਘਰ ਕਿਲਾ ਬਣੇਗਾ। ਜਿਵੇਂ ਕਿਲੇ ਦੇ ਵਿੱਚ ਆਨੰਦਪੁਰ ਦੇ ਕਿਲੇ ਦੇ ਵਿੱਚ ਸਾਹਿਬਜ਼ਾਦੇ ਵਸਦੇ ਰਹੇ ਨੇ, ਏਦਾਂ ਹੀ ਹਰ ਇੱਕ ਦੁਨੀਆ ਦਾ ਘਰ ਆਨੰਦਪੁਰ ਦਾ ਕਿਲਾ ਹੋਵੇਗਾ, ਉੱਥੇ ਵੀ ਸਾਹਿਬਜ਼ਾਦੇ ਵਸਣਗੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸੁਪਨਾ ਸੀ। ਮਹਾਰਾਜ ਜੀ ਨੇ ਜੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ ਆਪ ਜੰਗ ਦੇ ਮੈਦਾਨ ਵਿੱਚ ਤੋਰੇ ਹੈ ਨਾ, ਚਮਕੌਰ ਦੀ ਗੜੀ ਦੇ ਵਿੱਚ, ਤੇ ਸਿਰਫ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਸੁਪਨਾ ਸੀ ਕਿ ਉਹ ਆਉਣ ਵਾਲੀ ਦੁਨੀਆ ਨੂੰ, ਆਉਣ ਵਾਲੇ ਲੋਕਾਂ ਨੂੰ ਆਪਣੇ ਸਾਹਿਬਜ਼ਾਦੇ ਮੰਨਦੇ ਸੀ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਉਹਨਾਂ ਨੇ ਕਈ ਹਜ਼ਾਰਾਂ ਨੂੰ ਜਿਹੜਾ ਹੈ ਉਹ ਜਿਉਂਦਿਆਂ ਕਰ ਦਿੱਤਾ, ਕਈ ਹਜ਼ਾਰ ਜਿਉਂਦੇ ਹੋ ਗਏ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉਹਨਾਂ ਨੇ ਆਪਣੇ ਜਿਗਰ ਦੇ ਟੁੱਟੇ ਆਪਣੇ ਪੁੱਤ ਆਪ ਚਮਕੌਰ ਦੀ ਗੜੀ ਦੇ ਜੰਗ ਦੇ ਮੈਦਾਨ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪ ਤੋਰੇ ਨੇ। ਤੁਸੀਂ ਧਿਆਨ ਦਿਓ, ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਬਾਬਾ ਅਜੀਤ ਸਿੰਘ ਜੀ ਨੂੰ, ਜੁਝਾਰ ਸਿੰਘ ਜੀ ਨੂੰ, ਪੁੱਤਾਂ ਨੂੰ ਜੰਗ ਦੇ ਮੈਦਾਨ ਵਿੱਚ ਤੋਰ ਕੇ ਇਹ ਸਾਬਤ ਕਰ ਦਿੱਤਾ ਉਹਨਾਂ ਨੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਲੋਕ ਆਪਣੇ ਪੁੱਤਾਂ ਨੂੰ ਗਲਾਂ ਨਾਲ ਲਾਉਂਦੇ ਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਦੂਜਿਆਂ ਦੇ ਪੁੱਤ ਨਹੀਂ ਮਰਵਾਏ, ਆਪਣੇ ਵੀ ਪੁੱਤ ਸ਼ਹੀਦ ਕਰਵਾਤੇ। ਇਹ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸਭ ਤੋਂ ਦੁਨੀਆ ਦੇ ਵਿੱਚ
ਇਹ ਸਮਝਾ ਦਿੱਤਾ ਹੈ ਕਿ ਪਾਤਸ਼ਾਹ ਮਹਾਰਾਜ ਜੀ ਨੇ ਦੂਜਿਆਂ ਦੇ ਪੁੱਤ ਨਹੀਂ, ਆਪਣੇ ਵੀ ਪੁੱਤ ਦੁਨੀਆ ਦੇ ਵਿੱਚ ਸ਼ਹੀਦ ਕਰਵਾਏ। ਜਦੋਂ ਇਸ ਬਾਰੇ ਜਦੋਂ ਗੱਲਾਂ ਚੱਲਦੀਆਂ ਨਾ ਪਹਾੜੀ ਰਾਜਿਆਂ ਦੇ ਵਿੱਚ ਕਿ ਮਹਾਰਾਜ ਜੀ ਨੇ ਬਾਬਾ ਅਜੀਤ ਸਿੰਘ ਨੂੰ, ਜੁਝਾਰ ਸਿੰਘ ਜਿਗਰ ਦੇ ਟੋਟਿਆਂ ਨੂੰ ਜੰਗ ਦੇ ਮੈਦਾਨ ਵਿੱਚ ਤੋਰ ਦਿੱਤਾ। ਪਹਾੜੀ ਰਾਜੇ ਇਹ ਜਿਹੜੀ ਮੁਗਲ ਹਕੂਮਤਾਂ ਨੇ, ਸਿਪਾਹੀ ਨੇ, ਆਪਸ ਵਿੱਚ ਗੱਲਾਂ ਕਰਦੇ ਕਿ ਸਾਡੇ ਰਾਜੇ ਮਹਾਰਾਜੇ ਬਾਦਸ਼ਾਹ ਤੇ ਆਪਣੇ ਪੁੱਤਾਂ ਨੂੰ ਗਲਾਂ ਨਾ ਲਾਉਂਦੇ, ਉਹਦੇ ਰਾਜ ਭਾਗ ਦੇਣਾ ਉਹਨਾਂ ਨੂੰ ਚਾਹੁੰਦੇ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਮਹਾਨ ਨੇ, ਜਿਨ੍ਹਾਂ ਨੇ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਫਤਿਹ ਸਿੰਘ ਨੂੰ ਦੁਨੀਆ ਦੇ ਵਿੱਚੋਂ ਆਪਣਾ ਪਰਿਵਾਰ ਵਾਰ ਕੇ, ਸਾਹਿਬਜ਼ਾਦੇ ਵਾਰ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਚਾਹੁੰਦੇ ਨੇ ਕਿ ਸਿੱਖ ਕੌਮ ਵਾਸਤੇ ਸਤਿਗੁਰੂ ਪਾਤਸ਼ਾਹ ਗੁਰਬਾਣੀ ਦੇ ਵਾਸਤੇ ਉਹ ਆਪਣੇ ਆਪ ਨੂੰ, ਸਰਬੱਤ ਦੇ ਭਲੇ ਵਾਸਤੇ ਆਪਣੇ ਆਪ ਨੂੰ ਵੀ, ਆਪਣੇ ਪਰਿਵਾਰ ਨੂੰ ਵੀ ਦੁਨੀਆ ਦੇ ਵਿੱਚੋਂ ਵਾਰ ਸਕਦੇ ਨੇ। ਸੋ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦਾ ਔਰ ਉਹਨਾਂ ਦੇ ਜਿਹੜੇ ਵੱਡੇ ਸਾਹਿਬਜ਼ਾਦੇ ਨੇ, ਗੁਣ ਬੜੇ ਸੀ ਉਹਨਾਂ ਦੇ ਵਿੱਚ। ਬਾਬਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ ਦੇ ਵਿੱਚ ਗੁਣ ਬਹੁਤ ਸੀ। ਤੇ ਫਿਰ ਮੈਂ ਬਿਨੇ ਕਰਦਿਆਂ ਜਜ਼ਬੇ, ਗੁਣ, ਇਹ ਸਾਰਾ ਕੁਝ ਪੈਦਾ ਬੱਚਿਓ ਉੱਥੋਂ ਹੁੰਦਾ ਹੈ ਜਦੋਂ ਅਸੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੂੰ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਪੜ੍ਹਦੇ ਹਾਂ। ਉਹ ਕਹਿਣ ਦਾ ਭਾਵ ਹੈ ਕਿ ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੂੰ ਪੜਾਂਗੇ, ਉਹਨਾਂ ਨੂੰ ਸਮਝਾਂਗੇ, ਹਿਰਦੇ ਵਿੱਚ ਬਾਣੀ ਨੂੰ ਵਸਾਵਾਂਗੇ, ਆਪਣਾ ਜੀਵਨ ਉਦਾਂ ਦਾ ਬਣਾਵਾਂਗੇ, ਤੇ ਫਿਰ ਹੋਵੇਗਾ ਕਿ ਸਾਡਾ ਵੀ ਜੀਵਨ ਸਾਹਿਬਜ਼ਾਦਿਆਂ ਵਰਗਾ ਬਣ ਸਕਦਾ ਹੈ ਤੇ ਅਸੀਂ ਵੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪੁੱਤ ਧੀ ਬਣ ਸਕਦੇ ਹਾਂ। ਕਲਗੀਧਰ ਤੇ ਪੁੱਤਰੋ ਧੀਓ, ਅੰਮ੍ਰਿਤ ਧਾਰੀ ਹੋ ਕੇ ਜੀਓ। ਮੈਂ ਥੋੜੀਆਂ ਜੀਆਂ ਹੋਰ ਬੇਨਤੀਆਂ ਬੱਚਿਆਂ ਨੂੰ, ਖਾਸ ਕਰਕੇ ਬੱਚਿਆਂ ਦੇ ਵਾਸਤੇ ਮੈਂ ਬੇਨਤੀਆਂ ਕਰਨੀਆਂ ਨੇ ਕਿ ਵੇਖੋ, ਜਿਸ ਪਿਤਾ ਨੇ, ਗੁਰਦੇਵ ਪਿਤਾ ਨੇ ਸਾਡਾ ਕਰਕੇ ਬੱਚਿਓ ਆਪਣੇ ਪੁੱਤ, ਆਪਣੇ ਬੱਚੇ, ਸਰਬੰਸ, ਆਪਣਾ ਪਰਿਵਾਰ ਵਾਰ ਦਿੱਤਾ ਹੈ। ਅੱਜ ਜ਼ਰੂਰ ਕੋਸ਼ਿਸ਼ ਕਰੀਏ ਘਰਾਂ ਦੇ ਵਿੱਚੋਂ ਇੱਕ ਇੱਕ ਪਾਠ, ਇਤਿਹਾਸ ਪਾਠ ਕਰੀਏ, ਇਤਿਹਾਸ ਪੜ੍ਹੀਏ, ਉਹਨਾਂ ਨੂੰ ਯਾਦ ਕਰੀਏ। ਆਪਣੇ ਘਰਾਂ ਦੇ ਵਿੱਚ ਬੈਠ ਕੇ ਪਰਿਵਾਰ ਨੂੰ ਬਿਠਾ ਕਰਕੇ, ਬੱਚਿਆਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਆਪ ਖੁਦ ਇਹ ਇਤਿਹਾਸ ਪੜ੍ਹੀਏ ਔਰ ਬਾਣੀ ਨੂੰ ਪੜ੍ਹੀਏ ਜਿੰਨਾ ਹੋ ਸਕੇ, ਫੇਰ ਹੀ ਸਾਡਾ ਜਿਹੜਾ ਫਾਇਦਾ। ਔਰ ਸਭ ਤੋਂ ਵੱਡੀ ਗੱਲ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਖੰਡੇ ਬਾਟੇ ਕੀ ਪੌਲ, ਸਤਿਗੁਰੂ ਪਾਤਸ਼ਾਹ ਜੀ ਨੇ ਆਨੰਦਪੁਰ ਵਿੱਚ ਰਹਿ ਕੇ ਹੀ ਇਹ ਮਹਾਨ ਕਾਰਜ ਕੀਤੇ ਸਨ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਅੱਜ ਵੀ ਹਿਦਾਇਤ ਕਰ ਰਹੇ ਨੇ, ਪੀਓ ਪੌਲ ਖੰਡ ਧਾਰ ਹੋਏ ਜਨਮ ਸੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸੋ ਪਿਆਰੇ ਬੱਚਿਓ, ਜੇ ਬਾਣੀ ਪੜ੍ਹਦੇ ਆ ਤੇ ਜ਼ਰੂਰ ਕੋਸ਼ਿਸ਼ ਕਰੀਏ ਕਿ ਅੰਮ੍ਰਿਤ ਛਕ ਕੇ ਸਿੰਘ ਸਜੀਏ ਔਰ ਸਾਬਤ ਕਰ ਦਈਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਪਤਾ ਲੱਗ ਜਾਵੇ ਕਿ ਮਹਾਰਾਜ, ਭਾਵੇਂ ਤੁਸੀਂ ਆਪਣੇ ਸਾਹਿਬਜ਼ਾਦੇ ਸਾਡੇ ਤੋਂ ਵਾਰ ਦਿੱਤੇ, ਪਰ ਤੁਹਾਡੇ ਸਾਹਿਬਜ਼ਾਦੇ ਅੱਜ ਵੀ ਜਿਉਂਦੇ ਨੇ, ਅਸੀਂ ਹੀ ਤੁਹਾਡੇ ਸਾਹਿਬਜ਼ਾਦੇ ਹਾਂ। ਸੋ ਸਤਿਗੁਰੂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਸਾਹਿਬਜ਼ਾਦੇ ਔਰ ਉਹਨਾਂ ਦਾ ਜਿਹੜਾ ਅੱਜ ਦੇ ਦਿਨ ਦਾ ਇਤਿਹਾਸ ਸੀ, ਅੱਜ ਦੇ ਦਿਨ ਦਾ ਜੋ ਇਤਿਹਾਸ ਵਾਪਰਿਆ ਹੈ, ਮੈਂ ਆਪ ਜੀਆਂ ਦੇ ਨਾਲ ਸਾਂਝਾ ਕਰ ਦਿੱਤਾ ਹੈ ਜੀ। ਸਮਾਂ ਜਿਹੜਾ ਹੈ ਤਕਰੀਬਨ ਲਗਭਗ ਹੋ ਗਿਆ ਹੈ ਜੀ। ਆਪ ਗੁਰੂ ਕੇ ਸੰਗਤਾਂ ਦਾ, ਵੀਰ ਸਰਬਜੀਤ ਸਿੰਘ ਜੀ ਉਹਨਾਂ ਦਾ ਔਰ ਇਸ ਸੰਸਥਾ ਦਾ ਜਿਹੜਾ ਹੈ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਦਾਸ ਦੀ ਸੇਵਾ ਲਾਈ ਸੀ। ਤੇ ਬੜੀ ਖੁਸ਼ੀ ਹੋਈ ਹੈ ਕਿਉਂਕਿ ਮੈਂ ਅੱਜ ਪਹਿਲੀ ਵਾਰ ਗੁਰੂ ਕੀਆਂ ਸੰਗਤਾਂ ਦੇ ਨਾਲ ਇਸ ਤਰੀਕੇ ਨਾਲ ਵਿਚਾਰ ਕੀਤੀ। ਬੜੀ ਖੁਸ਼ੀ ਹੋਈ ਵਿਚਾਰ ਕਰਕੇ। ਸਤਿਗੁਰੂ ਮਹਾਰਾਜ ਏਦਾਂ ਹੀ ਰਹਿਮਤ ਕਰਨ ਸਾਰੇ ਹੀ ਬੱਚਿਆਂ ਤੇ ਔਰ ਵੀਰਾਂ ਤੇ, ਸੰਸਥਾ ਵਾਲੇ ਵੀਰਾਂ ਤੇ ਪਾਤਸ਼ਾਹ ਰਹਿਮਤ ਕਰਨ। ਏਦਾਂ ਹੀ ਇਹ ਜਿਹੜੇ ਮਹਾਨ ਕਾਰਜ ਨੇ, ਸੁੰਦਰ ਕਾਰਜ ਨੇ, ਉਹ ਕੀਤੇ ਜਾਣ। ਸੋ ਆਪ ਗੁਰੂ ਕੀਆਂ ਸੰਗਤਾਂ ਦੇ ਨਾਲ ਇੱਥੋਂ ਤੱਕ ਹੀ ਆਪਾਂ ਜਿਹੜੀਆਂ ਇਤਿਹਾਸ ਦੀਆਂ, ਗੁਰਬਾਣੀ ਦੀਆਂ ਜਿਹੜੀਆਂ ਵਿਚਾਰਾਂ ਉਹ ਸਾਂਝੀਆਂ ਕੀਤੀਆਂ ਨੇ। ਇਸ ਵਿਸ਼ੇ ਦੇ ਵਿੱਚੋਂ ਕੋਈ ਬੱਚਿਆਂ ਦਾ ਸਵਾਲ ਜਵਾਬ ਹੋਵੇ ਤੇ ਆਪ ਸਾਰੇ ਹੀ ਬੱਚੇ ਜਿਹੜੇ ਔਰ ਹੋਰ ਵੀ ਗੁਰੂ ਕੀਆਂ ਸੰਗਤਾਂ ਜਿਹੜੀਆਂ ਜੁੜੀਆਂ ਨੇ, ਸਾਰੇ ਬੱਚੇ ਸਵਾਲ ਕਰ ਸਕਦੇ ਹਨ ਜੀ। ਹਾਂਜੀ, ਵਾਹਿਗੁਰੂ ਜੀ ਕਾ ਆਪਾਂ ਵਿਸ਼ੇ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਹੁਣਾਂ ਦਾ। ਇਹ ਸਨ ਵੀਰ ਹਰਪ੍ਰੀਤ ਸਿੰਘ ਜੀ ਸੁਰ ਸਿੰਘ ਤੋਂ, ਜਿਨ੍ਹਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਸਾਨੂੰ ਇਤਿਹਾਸ ਜਿਹੜਾ ਉਹ ਸਰਵਣ ਕਰਵਾਇਆ, ਸਾਨੂੰ ਸਾਹਿਬਜ਼ਾਦਿਆਂ, ਵੱਡੇ ਸਾਹਿਬਜ਼ਾਦਿਆਂ ਬਾਰੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਹ ਛੋਟੀ ਉਮਰ ਦੇ ਵਿੱਚ ਜਿਹੜਾ ਉਹ ਟ੍ਰੇਨਿੰਗ ਕਰਦੇ ਸੀਗੇ, ਗੱਤਕੇ ਦੀ ਸਿਖਲਾਈ ਕਰਦੇ ਸੀਗੇ। ਸਾਨੂੰ ਵੀ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਸਿੱਖ ਕੇ ਆਪਣੇ ਜੀਵਨ ਵਿੱਚ ਹੱਥ ਮਾਰ ਕੇ ਚੰਗਾ ਜੀਵਨ ਜਿਉਣ ਦਾ ਯਤਨ ਕਰਨਾ ਚਾਹੀਦਾ ਹੈ। ਸੋ ਹੁਣ
ਭੈਣ ਜੀ ਨੂੰ ਪੁੱਛਣਾ ਚਾਹਾਂਗੇ ਕਿ ਜੇਕਰ ਇੱਕ ਦੋ ਬੱਚਿਆਂ ਦੇ ਆਪਾਂ ਸਵਾਲ ਲੈ ਲਈਏ ਜੀ। ਕਿ ਜਿਹੜੇ ਵੀ ਵਿਦਿਆਰਥੀ ਜੁੜੇ ਨੇ ਸਭ ਨੂੰ ਬੇਨਤੀ ਹੈ ਕਿ ਅਸੀਂ ਹੁਣ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ ਸਾਰੇ ਜਿਹੜੇ ਵਿਦਿਆਰਥੀ ਹੈਗੇ ਆ ਸਾਰੀ ਸੰਗਤ ਰਲ ਮਿਲ ਕੇ। ਸੋ ਇਹ ਜਿਹੜਾ ਕੈਂਪ ਹੈ ਸਾਹਿਬਜ਼ਾਦਿਆਂ ਨੂੰ ਸਮਰਪਿਤ ਹੁਣ ਜੋ 2 ਹਫ਼ਤੇ ਹੈ ਉਹ 2 ਹਫ਼ਤੇ ਦਾ ਜੋ ਕੈਂਪ ਹੈ ਉਹ ਸਾਹਿਬਜ਼ਾਦਿਆਂ ਨੂੰ ਸਮਰਪਿਤ ਹੋਏਗਾ। ਸੋ ਸਾਰੇ ਹੀ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਰੋਜ਼ ਦਾ ਜੋ ਮੀਟਿੰਗ ਆਈਡੀ ਤੇ ਪਾਸਵਰਡ ਹੈ ਉਹ ਆਪ ਜੀ ਨੂੰ ਵਾਇਸਿਸ ਸ਼ੇਅਰ ਕਰਿਆ ਕਰਨਗੇ। ਰੋਜ਼ ਦਾ ਇਹ ਆਈਡੀ ਪਾਸਵਰਡ ਤਕਰੀਬਨ ਚੇਂਜ ਹੋਇਆ ਕਰੇਗਾ। ਸੋ ਆਪ ਜੀ ਨੇ ਆਪ ਵੀ ਸਮੇਂ ਤੇ ਜੁਆਇਨ ਕਰਨਾ ਤੇ ਕੋਸ਼ਿਸ਼ ਕਰਨੀ ਨਾਲ ਦੀ ਨਾਲ ਆਪਣੇ ਹੋਰ ਜਿਹੜੇ ਪਰਿਵਾਰਕ ਮੈਂਬਰ ਨੇ ਤੁਹਾਡੇ ਫਰੈਂਡ ਸਰਕਲ ਵਿੱਚ ਹੈਗੇ ਨੇ ਜ਼ਰੂਰ ਉਹਨਾਂ ਤੱਕ ਇਹ ਮੈਸੇਜ ਦੇਈਏ ਕਿ ਉਹਨਾਂ ਸ਼ਹੀਦਾਂ ਨੂੰ ਅਸੀਂ ਪ੍ਰਣਾਮ ਕਰਨ ਦੇ ਲਈ ਉਹਨਾਂ ਦੇ ਜੀਵਨ ਨੂੰ ਜਾਣਨ ਦੇ ਲਈ ਅਸੀਂ ਸਾਰੇ ਇਕੱਤਰਿਤ ਹੋਈਏ। ਸੋ ਸਾਰੇ ਹੀ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਅੱਜ ਤੋਂ ਜਾਪ ਸੇਵਾ ਤੋਂ ਬਾਅਦ ਜਿਹੜਾ 2 ਹਫ਼ਤੇ ਦੇ ਲਈ ਅਸੀਂ ਜਿਹੜੀ ਕਵਿਸ਼ਰੀ ਤੇ ਕਵਿਤਾ ਕੀਰਤਨ ਦੀ ਜਗ੍ਹਾ ਤੇ ਕਵਿਤਾ ਜਾਂ ਕਵਿਸ਼ਰੀ ਜਿਹੜੇ ਵੀ ਵਿਦਿਆਰਥੀ ਪੇਸ਼ ਕਰਨਾ ਚਾਹੁੰਦੇ ਨੇ ਉਹ ਸੰਪਰਕ ਕਰ ਸਕਦੇ ਨੇ। ਪਰ ਸ਼ਰਤ ਹੈ ਕਿ ਜਿਹੜੀ ਕਵਿਤਾ ਤੇ ਕਵਿਸ਼ਰੀ ਹੈ ਉਹ ਕੇਵਲ ਤੇ ਕੇਵਲ ਸਾਹਿਬਜ਼ਾਦਿਆਂ ਨਾਲ ਰਿਲੇਟਡ ਹੀ ਹੋਵੇ ਤਾਂ ਕਿ ਇੱਕੋ ਜਿਹਾ ਮਾਹੌਲ ਜਿਹੜਾ ਉਹ ਬਣਿਆ ਰਵੇ। ਔਰ ਚੰਗੀ ਗੱਲ ਹੋਏਗੀ ਜੇਕਰ ਕਿ ਇਸ ਨੂੰ ਗਾਇਆ ਵੀ ਉਸੇ ਰੂਪ ਦੇ ਵਿੱਚ ਜਾਵੇ ਜਿਸ ਰੂਪ ਦੇ ਵਿੱਚ ਇਹ ਲਿਖੀ ਹੋਈ ਹੈ। तो सारे विद्यार्थी नोट करन जी कविता ते कविश्री दी सेवा जेडे विद्यार्थी लेना चाहते ने ਉਹ ਪਹਿਲਾਂ ਆਪਣੀ ਜੋ ਵੀ ਕਵਿਤਾ ਉਹਨਾਂ ਨੇ ਬੋਲਣੀ ਹੈ ਜਾਂ ਕਵਿਸ਼ਰੀ ਬੋਲਣੀ ਹੈ ਉਹ ਲਿਖੀ ਹੋਈ ਪਹਿਲਾਂ ਇਸ ਨੰਬਰ ਤੇ ਭੇਜਣਗੇ ਚੈੱਕ ਹੋ ਕੇ ਓਕੇ ਹੋਏਗੀ ਫਿਰ ਹੀ ਤੁਹਾਨੂੰ ਸਮਾਂ ਦਿੱਤਾ ਜਾਏਗਾ ਜੀ। ਸੋ ਸਾਰੇ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ। ਔਰ ਜ਼ਰੂਰ ਅਸੀਂ ਸਾਹਿਬਜ਼ਾਦਿਆਂ ਨੂੰ ਸਮਰਪਿਤ ਹੋ ਕੇ ਕੈਂਪ ਵੀ ਲਗਾਈਏ ਤੇ ਵੱਧ ਤੋਂ ਵੱਧ ਜਿਹੜੇ ਹੋਰ ਸਾਡੇ ਸਰਕਲ ਦੇ ਵਿੱਚ ਹੈਗੇ ਨੇ ਬੱਚੇ ਨੇ ਵੱਡੇ ਨੇ ਉਹਨਾਂ ਨੂੰ ਜ਼ਰੂਰ ਪ੍ਰੇਰਨਾ ਦਈਏ ਕਿ ਅਸੀਂ ਉਹਨਾਂ ਸ਼ਹੀਦਾਂ ਦਾ ਤੇ ਗੁਰੂ ਸਾਹਿਬ ਜੀ ਦਾ ਇਤਿਹਾਸ ਜਿਹੜਾ ਹੈ ਉਹ ਸਰਵਣ ਕਰੀਏ ਤੇ ਆਪਣੇ ਜੀਵਨ ਦੇ ਵਿੱਚ ਉਹਨਾਂ ਦੇ ਵਿੱਚੋਂ ਜੋ ਸਾਨੂੰ ਸਿੱਖਿਆਵਾਂ ਮਿਲੀ ਉਹਨੂੰ ਅਪਣਾਈਏ ਜੀ। ਸੋ ਹੁਣ ਜਿਹੜੇ ਵੀ ਵਿਦਿਆਰਥੀ ਸਵਾਲ ਜਵਾਬ ਕਰਨਾ ਚਾਹੁੰਦੇ ਨੇ ਉਹਨਾਂ ਦੇ ਸਵਾਲ ਜਿਹੜੇ ਆ ਉਹ ਵੀ ਸਰਬਜੀਤ ਸਿੰਘ ਜੀ ਲੈਣਗੇ ਜੀ। ਹਾਂਜੀ ਬੇਟਾ ਜੀ ਜਿਹੜੇ ਵੀ ਬੱਚਿਆਂ ਦੇ ਸਵਾਲ ਨੇ ਜੀ ਉਹ ਕਿਰਪਾ ਕਰਕੇ ਤੁਸੀਂ ਹੈਂਡ ਰੇਜ਼ ਕਰ ਸਕਦੇ ਹੋ ਤਾਂ ਕਿ ਆਪਾਂ ਗੱਲਬਾਤ ਕਰ ਸਕੀਏ ਜੀ। ਹਾਂਜੀ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਮੇਰਾ ਕੁਐਸਚਨ ਸੀਗਾ ਕਿ ਤੁਸੀਂ ਕਵਿਤਾ ਤੇ ਕਵਿਸ਼ਰੀ ਲਈ ਕਿਹਾ ਹੈ ਤੇ ਮੈਂ ਇਕੱਲੀ ਆ ਮੇਰਾ ਕੋਈ ਬ੍ਰਦਰ ਸਿਸਟਰ ਨਹੀਂ ਹੈਗਾ ਤੇ ਲਾਗੇ ਬੰਦੇ ਵੀ ਕੋਈ ਨਹੀਂ ਹੈਗਾ ਜਿਹਦੇ ਨਾਲ ਮੈਂ ਕਵਿਸ਼ਰੀ ਬੋਲ ਸਕਾਂ। ਮੈਨੂੰ ਕਵਿਸ਼ਰੀ ਦਾ ਸ਼ੌਂਕ ਹੈ ਤੇ ਮੈਂ ਇਕੱਲੀ ਵੀ ਕਵਿਸ਼ਰੀ ਬੋਲ ਸਕਦੀ ਹਾਂ। ਹਾਂਜੀ ਇਕੱਲੇ ਵੀ ਬੋਲ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈਗੀ ਜੀ। ਓਕੇ ਮੈਮ ਮੇਰਾ ਦੂਸਰਾ ਕੁਐਸਚਨ ਸਰ ਕੋਲ ਸੀ ਕਿ ਕਈ ਲੋਕ ਕਹਿੰਦੇ ਨੇ ਕਿ ਸਰਸਾ ਨਦੀ ਨੂੰ ਸ਼ਰਾਪ ਮਿਲਿਆ ਹੈ ਜਦੋਂ ਦਾ ਗੁਰੂ ਸਾਹਿਬ ਦੇ ਪਰਿਵਾਰ ਵਿਛੋੜਾ ਹੋਇਆ ਉਸ ਤੋਂ ਬਾਅਦ ਉਹ ਕਦੀ ਨਹੀਂ ਚੜੀ। ਇਹ ਸੱਚ? ਹਾਂਜੀ ਵੀਰ ਹਰਪ੍ਰੀਤ ਸਿੰਘ ਜੀ ਜੇਕਰ ਸਾਡੇ ਨਾਲ ਜੁੜ ਚੁੱਕੇ ਨੇ ਜੁੜੇ ਹੋਏ ਨੇ ਤਾਂ ਉਹ ਕਿਰਪਾ ਕਰਕੇ ਜਵਾਬ ਦੇਣ ਜੀ। ਵੀਰ ਹਰਪ੍ਰੀਤ ਸਿੰਘ ਜੀ। ਵੀਰ ਹਰਪ੍ਰੀਤ ਸਿੰਘ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਵੀਰ ਜੀ। ਹਾਂਜੀ ਵੀਰ ਜੀ ਮਾੜਾ ਜਿਹਾ ਮੈਨੂੰ ਬੱਚੇ ਦਾ ਜਿਹੜਾ ਸਵਾਲ ਸੀ ਆਪ ਜੀ ਜ਼ਰੂਰ ਮੇਰੇ ਨਾਲ ਇੱਕ ਵਾਰੀ ਸਾਂਝਾ ਕਰਿਓ ਜੇ। ਹਾਂਜੀ ਬੱਚੇ ਦਾ ਸਵਾਲ ਸੀਗਾ ਕਿ ਜਦੋਂ ਸਰਸਾ ਨਦੀ ਕੰਢੇ ਪਾਣੀ ਚੜਿਆ ਸੀਗਾ ਤਾਂ ਉੱਥੇ ਪਰਿਵਾਰ ਜਦੋਂ ਵਿਛੜਿਆ ਸੀਗਾ ਤੇ ਉਹ ਸਰਸਾ ਨਦੀ ਨੂੰ ਕਹਿੰਦੇ ਸ਼ਰਾਪ ਮਿਲਿਆ ਹੋਇਆ ਹੈ ਕਿ ਉਹ ਮੁੜ ਕੇ ਦੁਬਾਰਾ ਨਹੀਂ ਚੜੀ ਹੈਗੀ। ਕੀ ਇਹ ਸੱਚ ਹੈਗਾ ਕਹਿੰਦੇ? ਹਾਂਜੀ ਬੱਚੇ ਜਦੋਂ ਆਪਾਂ ਸਿਧਾਂਤ ਪੜ੍ਹਦੇ ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਿਧਾਂਤ ਪੜ੍ਹਦੇ ਹਾਂ ਨਾ ਜਦੋਂ ਸਿਧਾਂਤਾਂ ਦੇ ਵਿੱਚ ਤੁਸੀਂ ਵੇਖੋ ਵੀ ਵਾਰ ਤੇ ਸ਼ਰਾਪ ਦਾ ਇਹ ਕੋਈ ਬਹੁਤਾ ਸਿਧਾਂਤ ਹੈ ਹੀ ਨਹੀਂ ਹੈ ਜੀ। ਇਹਨਾਂ ਗੁਰਮਤ ਦੇ ਸਿਧਾਂਤਾਂ ਦੇ ਵਿੱਚ ਗੁਰਮਤ ਦੇ ਵਿੱਚ ਵਾਰ ਤੇ ਸ਼ਰਾਪ ਦੀ ਕੋਈ ਜਿਹੜੀ ਬਹੁਤੀ ਅਹਿਮੀਅਤ ਹੈ ਹੀ ਨਹੀਂ ਹੈ। ਵਾਰ ਤੇ ਸ਼ਰਾਪ ਹੈ ਹੀ ਨਹੀਂ ਹੈ। ਬਾਕੀ ਸਭ ਤੋਂ ਵੱਡੀ ਗੱਲ ਹੈ ਜਦੋਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਦੱਸਦੇ ਨੇ ਕਿ ਜਿਉਂ ਜਿਉਂ ਤੇਰਾ ਹੁਕਮ ਤਵੈ ਤਿਉਂ ਹੋਵਣਾ। ਜੇ ਤੇ ਆਪਾਂ ਸਰਸਾ ਨਦੀ ਨੂੰ ਕਹਾਂਗੇ ਵੀ ਸਰਸਾ ਨਦੀ ਨੂੰ ਸ਼ਰਾਪ ਮਿਲਿਆ ਸੀ ਏਦਾਂ ਹਨਾ ਤੇ ਇਹ ਜਿਹੜੀ ਗੱਲ ਹੈ ਮਨਮੱਤੀ ਲੋਕਾਂ ਨੇ ਜਿਹੜੇ ਸ਼ਰਾਪ ਨੂੰ ਆਪ ਮੰਨਦੇ ਨੇ ਵਾਰ ਤੇ ਸ਼ਰਾਪ ਨੂੰ ਇਹਨਾਂ ਚੀਜ਼ਾਂ ਨੂੰ ਆਪ ਮੰਨਦੇ ਨੇ ਉਹਨਾਂ ਨੇ ਇਤਿਹਾਸ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਪਾਈਆਂ ਹੋਈਆਂ ਨੇ। ਗੁਰੂ ਸਾਹਿਬ ਜੀ ਦੀ ਬਾਣੀ ਨੇ ਕਿਹਾ ਕਿ ਜਿਹੜਾ ਅਕਾਲ ਪੁਰਖ ਨੇ ਜਿਹੜੀ ਚੀਜ਼ ਅਕਾਲ ਪੁਰਖ ਨੂੰ ਭਾਉਂਦੀ ਹੈ ਉਦੋਂ ਹੀ ਹੋਵੇਗਾ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹ ਸਾਰਾ ਕੁਝ ਹੁਕਮ ਦੇ ਵਿੱਚ ਭਾਣੇ ਦੇ ਵਿੱਚ ਜਿਹੜਾ ਹੈ ਇਹ ਪ੍ਰਵਾਨ ਕੀਤਾ ਹੈ। ਉਹਨਾਂ ਨੇ
ਇਹ ਨਹੀਂ ਕਿ ਮਤਲਬ ਕਿ ਉਹਨਾਂ ਨੇ ਇਹ ਆਖਿਆ ਹੋਵੇ ਕਿ ਸਰਸਾ ਨਦੀ ਨੂੰ ਇਹ ਸਰਾਪ ਮਿਲਿਆ ਸੀ, ਇਹੋ ਜਿਹੀ ਕੋਈ ਗੱਲਬਾਤ ਨਹੀਂ ਜੀ। ਇਹ ਸਾਨੂੰ ਜਿਵੇਂ ਵੱਡੇ ਮਹਾਂਪੁਰਸ਼ ਨੇ ਇਹੋ ਜਿਹਾ ਵੀ ਚੱਲਦਾ ਹੈਗਾ। ਹਾਂਜੀ 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 ਅਗਲਾ ਸਵਾਲ ਜੀ ਬੇਟਾ ਜੀ। ਵਾਹਿਗੁਰੂ ਜੀ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਬੇਟਾ ਜੀ। ਵਾਹਿਗੁਰੂ ਜੀ का खालसा वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਮੇਰਾ ਇਹ ਸਵਾਲ ਹੈ, ਜਦੋਂ ਵੱਡੇ ਸਾਹਿਬਜ਼ਾਦੇ ਜੰਗਾਂ ਲੜਨ ਜਾਂਦੇ ਸੀ ਉਦੋਂ ਉਹਨਾਂ ਦੀ ਉਮਰ ਕਿੰਨੀ ਸੀ? ਹਾਂਜੀ ਵੀਰ ਜੀ ਜਵਾਬ ਦਿਓ ਜੀ। ਵੀਰ ਹਰਪ੍ਰੀਤ ਸਿੰਘ ਜੀ। ਹਾਂਜੀ ਹਾਂਜੀ ਵੀਰ ਜੀ, ਇਹ ਬਾਬਾ ਅਜੀਤ ਸਿੰਘ ਜੀ ਦੀ ਜਿਹੜੀ ਉਮਰ ਹੈ ਜੀ ਉਹ 16 ਸਾਲ ਮੰਨੀ ਜਾਂਦੀ ਹੈ, ਤੇ ਬਾਬਾ ਜੁਝਾਰ ਸਿੰਘ ਜੀ ਦੀ ਉਮਰ 14 ਸਾਲ ਦੀ ਮੰਨੀ ਜਾਂਦੀ ਹੈ ਜੀ। ਠੀਕ ਹੈ ਬੇਟਾ ਜੀ। ਸੋ ਹਾਂਜੀ ਅਗਲਾ ਸਵਾਲ ਜੀ। ਬੇਨਤੀ ਹੈ, ਜਿਹੜੇ ਬੱਚੇ ਅਟੈਂਡੈਂਸ ਲਗਾ ਕੇ ਜਾਣਾ ਚਾਹਣ ਉਹ ਜਾ ਸਕਦੇ ਨੇ, ਜਿਹੜੇ ਬੱਚੇ ਕੋਈ ਸਵਾਲ ਦਾ ਜਵਾਬ ਪੁੱਛਣਾ ਚਾਹੁੰਦੇ ਨੇ ਉਹ ਰੁਕ ਸਕਦੇ ਨੇ ਜੀ। ਹਾਂਜੀ ਜਿਵੇਂ ਭੈਣ ਜੀ ਹੁਣੇ ਦੱਸਿਆ ਕਿ ਜਿਹੜੇ ਬੱਚੇ ਸਵਾਲ ਕਰਨਾ ਚਾਹੁੰਦੇ ਨੇ ਉਹ ਕਰ ਸਕਦੇ ਨੇ, ਅਸੀਂ ਹੋਰ ਸਵਾਲ ਲੈ ਸਕਦੇ ਹਾਂ, ਤੇ ਜਿਹੜੇ ਬੱਚੇ ਜਾਣਾ ਚਾਹੁੰਦੇ ਨੇ ਅਟੈਂਡੈਂਸ ਲਾ ਕੇ ਉਹ ਆਪਣਾ ਜਾ ਸਕਦੇ ਨੇ। ਹਾਂਜੀ ਹਾਂਜੀ ਪਿਆਰੇ ਬੱਚੇ। ਵਾਹਿਗੁਰੂ ਜੀ ਕੀ ਫਤਿਹ। ਮੇਰੀ ਆਵਾਜ਼ ਆ ਰਹੀ ਹੈ? ਵਾਹਿਗੁਰੂ। ਹਾਂਜੀ ਬੇਟਾ ਜੀ ਆ ਰਹੀ ਆਵਾਜ਼। ਮੇਰਾ ਕੁਐਸਚਨ ਹੈ, ਬਹੁਤ ਲੋਕ ਜਾਤਾਂ ਦਾ ਫਰਕ ਕਰ ਜਾਂਦੇ ਆ ਕਿ ਉਹਦੀ ਛੋਟੀ ਜਾਤ ਹੈ ਉਹਦੇ ਨਾਲ ਮੈਂ ਨਹੀਂ ਜਾਣਾ, ਮਤਲਬ ਕਿ ਉਹਦੇ ਨਾਲ ਮੈਂ ਗੱਲਬਾਤ ਨਹੀਂ ਕਰਨੀ, ਜਿਸ ਦੀ ਵੱਡੀ ਜਾਤ ਹੈ ਉਸ ਦੇ ਨਾਲ ਹੀ ਗੱਲਬਾਤ ਕਰਨੀ ਆ। ਉਹਨਾਂ ਨੂੰ ਆਪਾਂ ਕਿਵੇਂ ਸਮਝਾ ਸਕਦੇ ਹਾਂ? ਬੇਟਾ ਫਿਲਹਾਲ ਤਾਂ ਆਪਾਂ ਵਿਸ਼ੇ ਨਾਲ ਸੰਬੰਧਿਤ ਹੀ ਗੱਲਬਾਤ ਕਰੀਏ। ਚਲੋ ਫਿਰ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਵੀਰ ਜੀ ਥੋੜਾ ਜਿਹਾ ਹੀ ਛੋਟਾ ਜਿਹਾ ਜਵਾਬ ਦੇ ਸੰਖੇਪ ਚ ਦੇ ਕੇ ਉਹ ਗੱਲ ਨੂੰ ਆਪਾਂ ਜਿਹੜਾ ਅੱਗੇ ਤੋਰੀਏ ਸੈਸ਼ਨ ਨੂੰ। ਹਾਂਜੀ ਬੱਚੇ ਦਾ ਸਵਾਲ ਸੀਗਾ ਜਾਤ ਪਾਤ, ਜਿੱਦਾਂ ਇਹ ਫਲਾਣੀ ਜਾਤ ਦਾ ਹੈ, ਇਹ ਫਲਾਣੀ ਜਾਤ ਦਾ। ਹਾਂਜੀ 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 ਵੀਰ ਜੀ, ਉਹ ਬੱਚੇ ਦਾ ਸਵਾਲ, ਹਾਂਜੀ ਬੱਚੇ ਦਾ ਸਵਾਲ ਬਹੁਤ ਵਧੀਆ ਜੀ। ਵਾਕਿਆ ਹੀ ਸੰਸਾਰ ਦੇ ਸਮਾਜ ਦੇ ਵਿੱਚ ਅੱਜ ਵੀ ਜਿਵੇਂ ਜਾਤ ਪਾਤ ਦੀ ਜਿਹੜੀ ਗੱਲ ਹੈ ਉਹ ਪੂਰੀ ਕੀਤੀ ਜਾਂਦੀ ਹੈ। ਉੱਚੀ ਜਾਤ ਵਾਲੇ ਆਪਣੇ ਆਪ ਨੂੰ ਉੱਚੀ ਜਾਤ ਵਾਲੇ ਦੱਸਦੇ ਨੇ, ਔਰ ਤੁਸੀਂ ਵੇਖੋ ਵੀ ਜਿਹੜੀ ਨੀਵੀਂ ਜਾਤ ਹੈ ਨਾ ਜਿਹੜੀ ਉਹ ਵੀ ਕਈ ਵਾਰ ਆਪਣੇ ਆਪ ਨੂੰ ਮੰਨ ਕੇ ਬੈਠੇ ਨੇ ਕਿ ਸਾਡੀ ਆਹ ਜਾਤ ਹੈ। ਮਤਲਬ ਗੁਰੂ ਸਾਹਿਬਾਂ ਵੇਲੇ ਮਹਾਰਾਜ ਜੀ ਨੇ, ਮੈਂ ਪਹਿਲਾਂ ਵੀ ਜਦੋਂ ਲੈਕਚਰ ਦੇ ਵਿੱਚ ਜਦੋਂ ਮੈਂ ਬੋਲਿਆ ਸੀ ਕਿ ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਤੇ ਜਦੋਂ ਇੱਥੇ ਆਣ ਕੇ ਜਿਹੜੇ ਲੋਕਾਂ ਨੇ ਰਾਜ ਕਰਨਾ ਸੀ ਨਾ ਸਾਡੇ ਤੇ, ਜਿਹੜੇ ਲੋਕਾਂ ਨੇ ਸਾਡੀਆਂ ਧਨ ਦੌਲਤਾਂ ਜ਼ਮੀਨਾਂ ਜਾਇਦਾਦਾਂ ਖੋਹਣੀਆਂ ਸੀ, ਸਾਡੇ ਕੋਲੋਂ ਸਾਡੇ ਗੁਰੂ ਸਾਹਿਬ ਦੇ ਦਿੱਤੇ ਹੋਏ ਸਿਧਾਂਤ ਖੋਹਣੇ ਸੀ, ਉਹਨਾਂ ਚੀਜ਼ਾਂ ਨੂੰ ਇੱਥੇ ਆਣ ਕੇ ਜਾਤ ਪਾਤ ਦੇ ਵਖਰੇਵੇਂ ਦੇ ਵਿੱਚ ਸਾਡੇ ਲੋਕਾਂ ਨੂੰ ਜਿਹੜਾ ਉਹ ਵੱਖਰੇ ਕੀਤਾ ਹੈ। ਦੂਜੇ ਲੋਕਾਂ ਨੇ ਆਣ ਕੇ, ਜਿਨ੍ਹਾਂ ਨੂੰ ਸਿੰਧੂ ਘਾਟੀ ਸੱਭਿਅਤਾ ਦੇ ਲੋਕ ਮੰਨਿਆ ਜਾਂਦਾ ਹੈ, ਉਹ ਲੋਕ ਇੱਥੇ ਆਏ, ਉਹਨਾਂ ਲੋਕਾਂ ਨੇ ਆਣ ਕੇ ਇਹ ਜਾਤਾਂ ਪਾਤਾਂ ਬਣਾਈਆਂ ਤੇ ਸਾਡੇ ਲੋਕਾਂ ਨੂੰ ਵੱਖਰੇ ਕਰ ਦਿੱਤਾ। ਔਰ ਗੁਰੂ ਸਾਹਿਬ ਦਾ ਸਿਧਾਂਤ ਹੈ ਕਿ ਅਸੀਂ ਰੱਬ ਦੇ ਬਣਾਏ ਇੱਕੋ ਬੰਦੇ ਆ, ਸਾਨੂੰ ਸਾਰਿਆਂ ਨੂੰ ਇੱਕ ਹੋ ਕੇ ਚੱਲਣਾ ਚਾਹੀਦਾ, ਸਾਨੂੰ ਕਦੀ ਵੀ ਜਾਤ ਪਾਤ ਦਾ ਵਖਰੇਵਾਂ ਨਹੀਂ ਕੀਤਾ ਜਾਣਾ ਚਾਹੀਦਾ। ਮੈਂ ਇੱਥੇ ਇੱਕ ਇਤਿਹਾਸ ਦੀ ਗੱਲ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਦੇ ਘਰ ਵਿੱਚ ਨਾ ਬੱਚਿਓ ਪੰਗਤ ਦੀ ਮਰਿਆਦਾ ਚੱਲਦੀ ਹੈ। ਪੰਗਤ ਦੀ ਮਰਿਆਦਾ ਸਤਿਗੁਰੂ ਸਾਹਿਬਾਨਾਂ ਨੇ ਪਤਾ ਕਿਉਂ ਚਲਾਈ ਹੈ? ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਪੰਗਤ, ਜਦੋਂ ਮਹਾਰਾਜ ਜੀ ਨੇ ਪੰਗਤ ਦੀ ਮਰਿਆਦਾ ਚਲਾਈ ਹੈ ਤੇ ਪੰਗਤ ਦੇ ਵਿੱਚ ਮਹਾਰਾਜ ਜੀ ਸਾਰਿਆਂ ਨੂੰ ਕਹਿੰਦੇ ਸੀ ਕਿ ਇੱਕ ਹੋ ਕੇ ਬੈਠੋ, ਭਾਵੇਂ ਗਰੀਬ ਹੈ ਅਮੀਰ ਹੈ, ਵਾਲਾ ਬੈਠ ਕੇ ਸਾਰੇ ਹੀ ਇੱਕ ਤਰੀਕੇ ਇੱਕ ਬਰਾਬਰ ਹੋ ਕੇ ਬੈਠ ਕੇ ਪ੍ਰਸ਼ਾਦਾ ਛਕੋ। ਹੁਣ ਜਦੋਂ ਸਾਰੇ ਲੋਕ ਉੱਥੇ ਆਣ ਕੇ ਇੱਕੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਰਹੇ, ਸਾਰਿਆਂ ਨੂੰ ਅਹਿਸਾਸ ਕਰਵਾਇਆ ਜਾਂਦਾ ਸੀ ਕਿ ਅਸੀਂ ਸਾਰੇ ਹੀ ਲੋਕ ਇੱਕ ਹਾਂ, ਕੋਈ ਵੀ ਸਾਡਾ ਵਖਰੇਵਾਂ ਨਹੀਂ, ਕੋਈ ਉੱਚੀ ਜਾਤ ਵਾਲਾ ਨਹੀਂ, ਕੋਈ ਅਮੀਰ ਨਹੀਂ, ਕੋਈ ਗਰੀਬ ਨਹੀਂ, ਕੋਈ ਨੀਵੀਂ ਜਾਤ ਵਾਲਾ ਨਹੀਂ ਹੈ। ਸੋ ਗੁਰੂ ਸਾਹਿਬ ਪਾਤਸ਼ਾਹ ਜੀ ਦੇ ਸਿਧਾਂਤ ਵਿੱਚ ਜਾਤ ਪਾਤ ਦਾ ਜਿਹੜਾ ਹੈ ਉਹ ਇਹ ਜਾਤ ਪਾਤ ਨੂੰ ਪਹਿਲ ਨਹੀਂ ਹੈ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੇ ਕਹਿੰਦੇ ਅਸੀਂ ਰੱਬ ਦੇ ਬੰਦੇ ਹਾਂ, ਅਸੀਂ ਸਾਰੇ ਹੀ ਇੱਕ ਹੋ ਕੇ ਜਿਵਾਂਗੇ, ਅਸੀਂ ਸਾਰੇ ਇੱਕ ਹੋ ਕੇ ਜਿਉਈਏ ਜੀ। ਇਹ ਵਖਰੇਵੇਂ ਜਿਹੜੇ ਆਪਾਂ ਖਤਮ ਕਰੀਏ ਜੀ। ਜਿਵੇਂ ਆਪ ਜੀ ਗੱਲ ਕਰ ਰਹੇ ਸੀਗੇ, ਕਈਆਂ ਨੂੰ ਆਪਣੀ ਨੀਵੀਂ ਜਾਤ ਦਾ ਵੀ ਕਹਿੰਦੇ ਹੰਕਾਰ ਏ, ਤਾਂ ਬਿਲਕੁਲ ਇਹ ਬੜੀ ਦੁੱਖ ਦੀ ਗੱਲ ਹੈ ਕਿ ਜੇਕਰ ਉੱਚੀ ਜਾਤ ਵਾਲਿਆਂ ਨੂੰ ਆਪਣੀ ਜਾਤ ਦਾ ਹੰਕਾਰ ਏ ਤੇ ਨੀਵੀਂ ਜਾਤ ਵਾਲੇ ਵੀ ਕਹਿੰਦੇ ਅਸੀਂ ਫਲਾਣੀ ਜਾਤ ਦੇ ਆ, ਉਹ ਵੀ ਇੰਜ ਕਹਿ ਲਓ ਕਰਦੇ ਆ, ਜੋ ਕਿ ਬੜੀ ਦੁੱਖ ਦੀ ਗੱਲ ਹੈਗੀ ਹੈ। ਦੋਨਾਂ ਵਾਸਤੇ ਵੈਸੇ ਦੁੱਖ ਦੀ ਗੱਲ ਆ। ਤੇ ਪਿੱਛੇ ਜਿਹਾ ਕੋਰਟ ਵੱਲੋਂ ਇਹ ਕਿਹਾ ਵੀ ਗਿਆ ਸੀਗਾ ਕਿ ਕੋਈ ਜਾਤ ਪਾਤ ਨਹੀਂ ਹੈਗੀ, ਕਿਉਂਕਿ ਜਿਹੜੇ ਕਾਸਟ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਕੋਈ ਜਾਤ ਪਾਤ ਨਹੀਂ, ਕਿਉਂਕਿ ਨੌਕਰੀਆਂ ਜ਼ਿਆਦਾਤਰ ਉਹਨਾਂ ਨੂੰ ਮਿਲਦੀਆਂ, ਤੇ ਉਹ ਲੋਕਾਂ ਨੇ ਵਿਰੋਧ ਕੀਤਾ ਸੀਗਾ, ਨਹੀਂ ਸਾਡੀ ਜਾਤ ਉਦਾਂ ਹੀ ਰਹਿਣ ਦਿਓ ਤਾਂ ਕਿ ਸਾਨੂੰ ਨੌਕਰੀਆਂ ਕਿਤੇ ਨਾ ਮਿਲਣ। ਏਦਾਂ ਵੀ ਹੋਇਆ ਸੀ।
ਹਾਂਜੀ ਹਾਂਜੀ, ਕਿਉਂਕਿ ਅਸੀਂ ਆਪ ਮੰਨੀ ਬੈਠੇ ਹਾਂ ਕਿ ਅਸੀਂ ਭਾਵੇਂ ਨੀਵੀਂ ਜਾਤ ਦੇ ਤੇ ਅਸੀਂ ਹੈਗੇ ਆ, ਮਾਨ ਨਾਲ ਕਹਿੰਦੇ ਅਸੀਂ ਫਲਾਣੀ ਜਾਤ ਨਾਲ ਸੰਬੰਧ ਰੱਖਦੇ। ਹਾਂਜੀ ਹਾਂਜੀ ਹਾਂਜੀ, ਅੱਗੇ ਬੇਟਾ ਉਹ ਜਿਹੜੇ ਬੱਚੇ ਦਾ ਸਵਾਲ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਮੇਰਾ ਸਵਾਲ ਆ ਸੀਗਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਛੱਡਿਆ ਸੀਗਾ ਤੇ ਉਹਨਾਂ ਦੇ ਨਾਲ 4 ਸਾਹਿਬਜ਼ਾਦੇ ਤੇ ਹੋਰ ਕਿੰਨੇ ਸਿੰਘ ਸੀਗੇ? ਹਾਂਜੀ ਬੱਚੇ, ਸਵਾਲ ਹੈ ਤੁਹਾਡਾ ਠੀਕ ਹੈ ਜੀ। ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਹੁਤੇ ਇਤਿਹਾਸਕਾਰ ਇਹ ਗਿਣਤੀ ਸਿੱਖਾਂ ਦੀ ਨਹੀਂ ਲਿਖਦੇ ਨਹੀਂ ਹੈ। ਬਹੁਤੇ ਇਤਿਹਾਸਕਾਰ ਜਿਹੜੇ ਸਿੱਖਾਂ ਦੀ ਗਿਣਤੀ ਜਿਹੜੀ ਆ ਉਹ ਲਿਖਦੇ ਨਹੀਂ ਹੈ, ਤੇ ਸ਼ਾਇਦ ਮੇਰੇ ਖਿਆਲ ਵਿੱਚ ਇਹ ਜਿਹੜਾ ਵੀ ਪੜ੍ਹਿਆ ਨਹੀਂ ਮੈਂ ਕਦੇ, ਤੇ ਜਿਹੜਾ ਵਾ ਮੈਂ ਜਦੋਂ ਇਤਿਹਾਸ ਪੜ੍ਹੀਦਾ ਵਾ, ਇਤਿਹਾਸ ਦੇ ਵਿੱਚ ਬਹੁਤੇ ਰਾਈਟਰਾਂ ਨੇ ਜਿਹੜੀ ਗਿਣਤੀ ਆ ਬੱਚੇ ਨਹੀਂ ਲਿਖੀ ਹੋਈ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਕਿੰਨੇ ਸਿੱਖ ਸਨ। ਜਥਿਆਂ ਦੇ ਨਾਮ ਲਿਖੇ ਆ ਵੀ ਆਹ ਜਥੇ ਸੀ ਜਿਹੜੇ ਤੁਰੇ ਸੀ, ਜਿਨ੍ਹਾਂ ਜਥਿਆਂ ਦੀ ਡਿਊਟੀ ਲੱਗੀ ਸੀ, ਔਰ ਸਿੱਖਾਂ ਦੇ ਨਾਮ ਜਿਹੜੇ ਸਾਹਿਬਜ਼ਾਦਿਆਂ ਦੇ ਪਰਿਵਾਰ ਦਾ ਨਾਮ ਲਿਖਿਆ ਹੈ ਜੀ। ਬਾਕੀ ਸਿੱਖਾਂ ਦੀ ਗਿਣਤੀ ਕਿਸੇ ਇਤਿਹਾਸ ਵਿੱਚ ਜਿਹੜੀ ਆ ਉਹ ਬੱਚੇ ਨਹੀਂ ਲਿਖੀ ਹੋਈ। ਜੀ ਬਹੁਤ ਧੰਨਵਾਦ ਵੀਰ ਜੀ, ਕਿਉਂਕਿ ਬੱਚਿਆਂ ਦੇ ਹਜੇ ਹੋਰ ਵੀ ਬਹੁਤ ਸਾਰੇ ਸਵਾਲ ਨੇ, ਸੋ ਅੱਜ ਅਸੀਂ ਹੋਰ ਸਵਾਲ ਨਹੀਂ ਲੈ ਸਕਾਂਗੇ। ਕੱਲ ਅਸੀਂ ਬੁਲਾਰਿਆਂ ਨੂੰ ਜ਼ਰੂਰ ਬੇਨਤੀ ਕਰਾਂਗੇ ਕਿ ਉਹ 15 ਕੁ ਮਿੰਟ ਪਹਿਲਾਂ ਸਮਾਪਤੀ ਕਰ ਦੇਣ ਤਾਂ ਕਿ ਸਾਰੇ ਬੱਚਿਆਂ ਦੇ ਸਵਾਲ ਅਸੀਂ ਲੈ ਸਕੀਏ, ਸਮਾਂ ਜ਼ਿਆਦਾ ਹੋਣ ਕਰਕੇ ਨਹੀਂ। ਹੁਣ ਵੀਰ ਸਰਬਜੀਤ ਸਿੰਘ ਜੀ ਨੂੰ ਬੇਨਤੀ ਹੈ ਜੀ, ਉਹ ਕੈਂਪ ਦੀ ਸਮਾਪਤੀ ਵੱਲ ਵਧਣਗੇ ਜੀ। ਵੀਰ ਸਰਬਜੀਤ ਸਿੰਘ ਜੀ, ਸ਼ਾਇਦ ਉਹਨਾਂ ਦਾ ਕਨੈਕਸ਼ਨ ਲੋਸਟ ਹੋ ਗਿਆ ਸੀ। ਵੀਰ ਹਰਪ੍ਰੀਤ ਸਿੰਘ ਸੁਰ ਸਿੰਘ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਵਿਦਿਆਰਥੀਆਂ ਨਾਲ ਜਿਹੜਾ ਅੱਜ ਦਾ ਇਤਿਹਾਸ ਹੈ ਉਹ ਸਾਂਝਾ ਕੀਤਾ ਹੈ। ਸੋ ਆਸ ਕਰਦੇ ਹਾਂ ਵੀਰ ਜੀ ਅੱਗੇ ਤੋਂ ਵੀ ਜ਼ਰੂਰ ਇਸ ਤਰ੍ਹਾਂ ਦੀਆਂ ਮੀਟਿੰਗਸ ਦੇ ਵਿੱਚ ਆ ਕੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਰਹਿਣਗੇ, ਬੱਚਿਆਂ ਨੂੰ ਮੋਟੀਵੇਟ ਕਰਦੇ ਰਹਿਣਗੇ ਔਰ ਗੁਰੂ ਇਤਿਹਾਸ, ਸਿੱਖ ਇਤਿਹਾਸ ਦੇ ਨਾਲ ਜਾਣੂ ਕਰਵਾਉਂਦੇ ਰਹਿਣਗੇ। ਬਹੁਤ ਧੰਨਵਾਦ ਵੀਰ ਜੀ ਦਾ, ਸਾਰੇ ਹੀ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਹੁਣ ਮੈਂ ਗਗਨਵੀਰ ਜੀ ਨੂੰ ਬੇਨਤੀ ਕਰਾਂਗੀ ਉਹ ਨੰਬਰ ਸ਼ੇਅਰ ਕਰ ਦੇਣਗੇ। ਜਿਹੜੇ ਵੀ ਬੱਚੇ ਜਾਪ ਦੀ ਸੇਵਾ, ਕਵਿਤਾ ਕਵਿਸ਼ਰੀ ਸੇਵਾ ਲੈਣਾ ਚਾਹੁੰਦੇ ਨੇ ਉਹ ਸੰਪਰਕ ਕਰ ਸਕਦੇ ਨੇ ਜੀ। ਸੋ ਸਾਰੇ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।